ਵੱਲੋਂ ਤੁਹਾਡੇ ਸਾਰਿਆਂ ਦਾ ਰੇਡੀਓ ਵਾਈ ਔਰ ਚੈਨਲ ਵਾਈ ਦੇ ਉੱਤੇ ਬਹੁਤ-ਬਹੁਤ ਸਵਾਗਤ ਹੈ। ਬਤੌਰ ਗਰੁੱਪ ਪੈਟਰੋ ਵਾਈ ਮੀਡੀਆ ਮੈਂ ਯੁੱਧ ਜਸਵਾਲ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹਾਂ। ਰੇਡੀਓ ਵਾਈ FM 91.9 416 475 5000 ਸਵਾਗਤ ਕਰਨਾ ਚਾਹੁੰਦੇ ਹੈਗੇ ਆ। ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸਾਥ ਦੇਣਗੇ ਔਰ ਲੀਡ ਕਰਨਗੇ ਅੱਜ ਪ੍ਰੋਗਰਾਮ ਨੂੰ ਗੁਰਦੀਪ ਜੀ ਤੁਹਾਡਾ ਵਾਈ ਮੀਡੀਆ ਗਰੁੱਪ ਵੱਲੋਂ ਰੇਡੀਓ ਵਾਈ ਤੇ ਬਹੁਤ-ਬਹੁਤ ਸਵਾਗਤ ਹੈ। ਵੈਲਕਮ ਸਰ। ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮਚ ਜੁਦਵੀਰ ਜੀ। ਮੇਰੇ ਵੱਲੋਂ ਤੁਹਾਨੂੰ ਤੇ ਸਾਰੇ ਲਿਸਨਰ ਨੂੰ ਵੈਰੀ ਗੁੱਡ ਆਫਟਰਨੂਨ ਤੇ ਸਾਰਿਆਂ ਦਾ ਪ੍ਰੋਗਰਾਮ 'ਚ ਬਹੁਤ-ਬਹੁਤ ਸਵਾਗਤ। ਗੁੱਡ ਆਫਟਰਨੂਨ ਸਰ, ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ। ਪੰਕਜ ਮੋਂਗਾ ਜੀ ਔਰ ਪੀਕੇ ਜੀ ਵੀ ਨਾਲ ਜੁੜ ਗਏ ਨੇ, ਉਹਨਾਂ ਦਾ ਵੀ ਸਵਾਗਤ ਕਰ ਲੈਂਦੇ ਆ। ਪੰਕਜ ਜੀ ਵੈਰੀ ਵਾਰਮ ਵੈਲਕਮ ਸਰ, ਕੀ ਹਾਲ ਚਾਲ ਹੈ? ਠੀਕ ਹੈ ਜੀ, ਬਹੁਤ ਵਧੀਆ ਯੁਦਵੀਰ ਜੀ, ਮੇਰੀ ਤਰਫੋਂ ਵੀ ਸਭ ਨੂੰ ਗੁੱਡ ਆਫਟਰਨੂਨ। ਗੁੱਡ ਆਫਟਰਨੂਨ ਜੀ। ਪੰਕਜ ਜੀ ਤੁਹਾਡੇ ਤੋਂ ਸ਼ੁਰੂਆਤ ਕਰਦੇ ਹਾਂ। ਜਰਾ ਇੱਕ ਸਵਾਲ ਤੁਹਾਨੂੰ ਪੁੱਛਦੇ ਹਾਂ, ਤੁਹਾਡਾ ਫੇਵਰੇਟ ਸਿੰਗਰ ਕੌਣ ਹੈ? ਹਾਂਜੀ, ਦੈਟਸ ਸਮਥਿੰਗ ਸਟ੍ਰੇਂਜ ਨਾਓ। ਮੈਂ ਐਕਚੁਅਲੀ ਹੋਇਆ ਕਿ ਜੀ ਪਹਿਲੇ ਜ਼ਮਾਨੇ 'ਚ ਬਹੁਤ ਸੀਗੇ, ਹੁਣ ਆਈ ਥਿੰਕ ਅਰਜੀਤ ਆਈਲ ਟੇਕ ਅਰਜੀਤ ਸਿੰਘ ਹਲੇ ਵੀ, ਅਗਰ ਤੁਸੀਂ ਹਿੰਦੀ ਦੀ ਗੱਲ ਕਰ ਰਹੇ ਹੋ ਤਾਂ। ਅੱਛਾ, ਨਹੀਂ ਮੈਂ ਤਾਂ ਫੇਵਰੇਟ ਸਿੰਗਰ ਪੁੱਛਿਆ। ਇੰਗਲਿਸ਼ ਸਾਈਡ ਤੇ ਗੱਲ ਕਰ ਰਹੇ ਹੋ ਤਾਂ ਕਈ ਨੇ ਜੀ, ਹੈਰੀ ਸਟਾਈਲ ਹੈ, ਤੁਸੀਂ ਇਹਨੂੰ ਲੈ ਸਕਦੇ ਹੋ, ਵੀਕਐਂਡ ਨੂੰ ਲੈ ਸਕਦੇ ਹੋ। ਆਈ ਲਾਈਕ ਵੀਕਐਂਡ ਆਲਸੋ, ਮਰੂਨ ਆਈ ਲਾਈਕ ਮਰੂਨ ਆਲਸੋ, ਐਡ ਸ਼ੀਰਨ। ਸੋ ਇਹ ਕਈ ਨੇ ਜਿਨ੍ਹਾਂ ਦੇ ਸੌਂਗਸ ਮੈਂ ਸੁਣਦਾ ਰਹਿੰਦਾ। ਕਿਆ ਬਾਤ ਹੈ, ਕਿਆ ਬਾਤ ਹੈ। ਗੁਰਦੀਪ ਜੀ ਤੁਹਾਡਾ ਫੇਵਰੇਟ ਸਿੰਗਰ ਤੁਸੀਂ ਵੀ ਜਰਾ ਲਿਓ ਨਾਮ 4-5, ਕਿਹੜੇ ਤੁਹਾਨੂੰ ਪਸੰਦ ਹੈ, ਕਿਹਨਾਂ ਦੇ ਗਾਣੇ ਸੁਣਦੇ ਹੋ ਤੁਸੀਂ ਗੁਰਦੀਪ ਸਾਹਿਬ? ਸਰ ਸਿੰਗਰ ਜਿਸ ਤਰ੍ਹਾਂ ਪੰਕਜ ਜੀ ਨੇ ਕਿਹਾ, ਬੜਾ ਮੁਸ਼ਕਿਲ ਹੁੰਦਾ ਕਿਸੇ ਇੱਕ ਨੂੰ ਫੇਵਰੇਟ ਕਰਨਾ, ਕਿਉਂਕਿ ਬਹੁਤ ਸਾਰੇ ਸਿੰਗਰ ਨੇ ਬਹੁਤ ਵਧੀਆ ਗਾਣੇ ਗਾਏ ਹੁੰਦੇ ਨੇ। ਵੈਸੇ ਇੱਕ ਨਾਮ ਮੈਂ ਲੈਣਾ ਹੋਵੇ ਤਾਂ ਮੈਂ ਮੁਹੰਮਦ ਰਫੀ ਹੁਣਾਂ ਦਾ ਲੈਣਾ ਚਾਹਾਂਗਾ। ਉਹ ਹੈ ਤੇ ਵੈਸੇ ਪੁਰਾਣੇ ਸਿੰਗਰ, ਲੇਕਿਨ ਜੋ ਉਹ ਗਾ ਚੁੱਕੇ ਨੇ ਸ਼ਾਇਦ ਹੀ ਕੋਈ ਹੋਰ ਗਾ ਸਕੇ। ਤੇ ਜਿਹੜੇ ਲੇਟੈਸਟ ਹੁਣ ਨੇ ਉਹਨਾਂ ਦੇ ਵਿੱਚ ਨੁਸਰਤ ਸਾਹਿਬ ਦੀ ਹੈਗੇ ਨੇ, ਤੇ ਇਸ ਤੋਂ ਇਲਾਵਾ ਕਿਸ਼ੋਰ ਕੁਮਾਰ ਦੇ ਬਿਲਕੁਲ ਜਿਹੜੇ ਹੁਣ ਵਾਲੇ ਨੇ। ਇਹਨਾਂ ਚੋਂ ਵੀ ਜੁਦਵੀਰ ਜੀ ਮੈਂ ਜਿਹੜੀ ਆਵਾਜ਼ ਪਸੰਦ ਆ ਸ਼ਾਇਦ ਮੁਹੰਮਦ ਰਫੀ ਹੋਣਾ ਤੋਂ ਬਾਅਦ ਅਰੀਜੀਤ ਹੋਣਾ ਦੀ, ਜਿਸ ਤਰ੍ਹਾਂ ਇਹਨਾਂ ਨੇ ਕਿਹਾ ਹੈ, ਉਹ ਨੇ ਤੇ ਸੁਖਵਿੰਦਰ ਸਿੰਘ, ਦੋ ਹੀ ਨੇ ਮੇਰੇ ਫੇਵਰੇਟ। ਕਿਆ ਬਾਤ ਹੈ, ਕਿਆ ਬਾਤ ਹੈ। ਕਿਸੇ ਦਿਨ ਵੈਸੇ ਐਸੀ ਕੋਸ਼ਿਸ਼ ਕਰਾਂਗੇ ਕਿ ਸਾਰੇ ਅਸੀਂ ਬੈਠ ਕੇ ਨਿਊਜ਼ ਦੀ ਗੱਲ ਕਰਦੇ ਹਾਂ, ਫਾਈਨੈਂਸ਼ੀਅਲ ਅਪਡੇਟ ਦਿੰਦੇ ਆ ਸਾਨੂੰ ਪੰਕਜ ਸਾਹਿਬ, ਪੀਕੇ ਜੀ ਸਾਨੂੰ ਰੀਅਲ ਸਟੇਟ ਦੀ ਅਪਡੇਟ ਦਿੰਦੇ ਆ। ਪਰ ਮੇਰੇ ਖਿਆਲ ਨਾਲ ਕਿਸੇ ਨੇ ਐਸੇ ਵੀ ਕਰਨਾ ਚਾਹੀਦਾ ਹੈ ਕਿ ਅਸੀਂ 1 ਘੰਟਾ ਕੱਢ ਕੇ ਨਾ ਆਪਣੇ ਫੇਵਰੇਟ ਸਿੰਗਰਸ ਦੇ ਗਾਣੇ ਪਲੇ ਕਰੀਏ, ਇੰਜੋਏ ਕਰੀਏ ਔਰ ਗੱਪਸ਼ਪ ਲਗਾਈਏ, ਸਿਰਫ ਤਾਂ ਕਿ ਐਂਟਰਟੇਨਮੈਂਟ ਦੀ ਗੱਲ ਹੋਏ। ਕਿਉਂ ਪੰਕਜ ਜੀ, ਕਰੀਏ ਕਿਸੇ ਦਿਨ ਐਸਾ ਵੀ ਕਰੀਏ? ਇਹ ਤਾਂ ਬਹੁਤ ਹੀ ਵਧੀਆ ਪ੍ਰੋਗਰਾਮ ਹੋਏਗਾ। ਆਈ ਵੁੱਡ ਲਵ ਟੂ ਜੁਆਇਨ ਦੈਟ, ਕਿਉਂਕਿ ਇਹ ਚੀਜ਼ਾਂ ਅਸੀਂ ਕਦੇ ਡਿਸਕਸ ਨਹੀਂ ਕਰਦੇ ਆਏ, ਸਾਡੀਆਂ ਲਾਈਕ ਇੱਕ ਸਾਈਡ ਤੇ ਰਹਿ ਜਾਂਦੀਆਂ ਨੇ ਲਾਈਫ 'ਚ, ਲੇਕਿਨ ਇਹਨਾਂ ਨੂੰ ਵੀ ਡਿਸਕਸ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਇੱਕ ਦੂਜੇ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਸਾਨੂੰ ਇਹਦੇ 'ਚ ਵੀ। ਜ਼ਰੂਰ ਕਰੋ ਤੁਸੀਂ। ਚਲੋ ਠੀਕ ਆ ਗੁਰਦੀਪ ਜੀ, ਕਿਸੇ ਦਿਨ ਐਸਾ ਪ੍ਰੋਗਰਾਮ ਵੀ ਰੱਖਦੇ ਹੈਗੇ ਆ ਜਿਹਦੇ ਵਿੱਚ ਉਹ ਕਹਿੰਦੇ ਨਾ ਕਿ ਲਾਈਟਰ ਨੋਟ ਦੇ ਉੱਤੇ, ਤਾਂ ਕਿ ਐਂਟਰਟੇਨਮੈਂਟ ਦੀ ਗੱਲ ਕਰੀਏ, ਮਿਊਜ਼ਿਕ ਦੀ ਗੱਲ ਕਰੀਏ ਔਰ ਵਧੀਆ ਗਾਣੇ ਸੁਣੀਏ ਸਾਰਿਆਂ ਦੇ। ਜਿਸ ਤਰ੍ਹਾਂ ਰਫੀ ਸਾਹਿਬ ਦੇ ਗਾਣੇ ਤੁਸੀਂ ਉਹਨੇ ਸੁਖਵਿੰਦਰ ਸਿੰਘ ਉਹਨਾਂ ਦਾ ਨਾਮ ਲਿਆ, ਉਹਨਾਂ ਦੇ ਗਾਣੇ ਸੁਣੀਏ, ਅਰੀਜੀਤ ਸਿੰਘ ਉਹਨਾਂ ਦੇ ਗਾਣੇ ਸੁਣੀਏ। ਸੋ ਇਹਨਾਂ ਸਾਰਿਆਂ ਦੇ ਗਾਣੇ ਸੁਣੀਏ। ਲੈਟਸ ਡੂ ਸਮਥਿੰਗ ਲਾਈਕ ਦੈਟ ਐਸ ਵੈਲ। ਠੀਕ ਹੈ ਜੁਦਵੀਰ ਜੀ, ਪਹਿਲਾਂ ਫਰਾਈਡੇ ਵਾਲੇ ਦਿਨ ਤੁਹਾਨੂੰ ਪਤਾ ਬੜਾ ਲਾਈਟਰ ਮੋਡ ਤੇ 12 ਤੋਂ 2 ਦਾ ਪ੍ਰੋਗਰਾਮ ਚੱਲਦਾ ਸੀ। ਮੈਨੂੰ ਲੱਗਦਾ ਫਰਾਈਡੇ ਪੱਕਾ ਹੀ ਫਿਕਸ ਕਰ ਦਿਓ। ਇੱਕ ਤੇ ਵੀਕਐਂਡ ਹੁੰਦਾ ਹੈ, ਲੋਕਾਂ ਦਾ ਜਿਹੜਾ ਮੂਡ ਆ ਉਹ ਲਾਈਟਰ ਮੋਡ ਤੁਸੀਂ ਕਹਿ ਸਕਦੇ ਹੋ ਕਿ ਬੜਾ ਐਂਟਰਟੇਨਿੰਗ ਮੂਡ ਦੇ ਵਿੱਚ ਸਾਰਿਆਂ ਨਾਲ ਅਸੀਂ ਪ੍ਰੋਗਰਾਮ ਜਿਹੜਾ ਉਹ ਕਰੀਏ ਤੇ ਉਹਨਾਂ ਦਾ ਮੂਡ ਜਿਹੜਾ ਉਹ ਵਧੀਆ ਜਿਹੜਾ ਵੀਕਐਂਡ ਵਾਸਤੇ ਰੈਡੀ ਹੋ ਜਾਏ। ਠੀਕ ਹੈ, ਤੁਸੀਂ ਇਸ ਤਰ੍ਹਾਂ ਹੀ ਕਰ ਦਿਓ। ਏਦਾਂ ਕਰਦੇ ਹਾਂ ਜੀ, ਪਹਿਲੇ ਜਿਹੜਾ 12 ਤੋਂ 1 ਹੈਗਾ ਉਹਦੇ ਵਿੱਚ ਅਸੀਂ ਜੇ ਕੋਈ ਖਬਰਾਂ ਵਗੈਰਾ ਕਰਨੀਆਂ ਤਾਂ ਕਰ ਲਈਏ, ਜੇ ਨਹੀਂ ਤੇ 12:30 ਹੀ ਸ਼ੁਰੂ ਕਰ ਦਿਆਂਗੇ। ਪਰ 12 ਤੋਂ 1 ਐਟਲੀਸਟ ਖਬਰਾਂ ਜਾਂ ਐਨਾਲਿਸਿਸ ਜ਼ਰੂਰ ਚੱਲ ਜਾਣ। 1 ਵਜੇ ਇਹਨੂੰ ਪੱਕਾ ਹੀ ਕਰ ਦਿਓ ਜੀ। ਜਿੱਦਾਂ ਹੀ 1 ਵਜਦੇ ਨੇ ਉਹ ਤੇ ਪੱਕਾ ਹੀ ਫਿਰ ਅਸੀਂ ਗਾਣਾ ਗੀਤ ਸੰਗੀਤ ਹੀ ਲਾਈਟਰ ਮੋਡ ਦੇ ਉੱਤੇ। ਪਰ ਜੇ 12 ਵਜੇ ਵੀ ਹੋ ਸਕੇ ਤਾਂ ਵੀ ਨੋਟ ਬੈਡ। ਡਨ ਹੋ ਗਿਆ ਸਰ, ਇਹ ਬਹੁਤ ਵਧੀਆ ਤੁਹਾਡਾ ਸੁਝਾਅ ਹੈਗਾ। ਔਰ ਕਿਸੇ ਦਿਨ ਅਸੀਂ ਬੈਠ ਕੇ ਜਿੱਦਾਂ ਵਧੀਆ ਕੋਈ ਗਾਣੇ ਸਤਿੰਦਰ ਸਰਤਾਜ ਸਾਹਿਬ ਦੇ ਹੋਣ, ਮੁਹੰਮਦ ਰਫੀ ਸਾਹਿਬ ਦੇ ਹੋਣ, ਸੁਖਵਿੰਦਰ ਸਿੰਘ ਜੀ ਦੇ ਹੋਣ, ਅਰੀਜੀਤ ਸਿੰਘ ਦੇ ਹੋਣ, ਵਧੀਆ ਗੀਤ ਜਿਹੜੇ ਪਲੇ ਕਰੀਏ ਔਰ ਫਿਰ ਨਾਲ ਕੁਝ ਗੱਪਸ਼ਪ ਵੀ, ਜਿਸ ਤਰ੍ਹਾਂ ਬੈਠਦੇ ਆ ਨਾ ਫਰੈਂਡਸ ਬੈਠਦੇ ਆਪਸ ਗੱਪਸ਼ਪ ਕਰਦੇ ਆ। ਫਿਰ ਖਬਰਾਂ ਤੋਂ ਥੋੜਾ ਦੂਰ ਹੈ ਜੀ, ਖਬਰਾਂ ਦੇ ਮਾਹੌਲ ਤੋਂ ਕੋਈ ਰੱਖ ਲਿਆ ਕਰਾਂਗੇ ਥੋੜਾ ਜਿਹਾ ਦੂਰ। ਠੀਕ ਹੈ ਜੀ ਪੰਕਜ ਜੀ? ਬਿਲਕੁਲ ਸਹੀ ਹੈ ਸਰ, ਮੈਂ ਤਿਆਰ ਹਾਂ। ਇਹ ਚੀਜ਼ ਚਾਹੀਦੀ है। करते हैं ऐसा कुछ जी। गिरीश जी तुसी ऑन दे रहो, नेक्स्ट कॉल गिरीश जी। आयुष जी नमस्कार जी, सबको नमस्कार है। नमस्कार। मेरे 2-3 सवाल हैं। पहला सवाल तो मोगा जी से। मोगा जी, कोई ये नया रूल बनने वाला है कि कुछ डिफर्ड सेल चार्जेस और क्या कहते हैं उसे, इनिशियल सेल चार्जेस में जो म्यूचुअल फंड खरीदते हैं, तो इसकी क्या चेंज है? थोड़ा सा आसान भाषा में समझा दीजिए। किसको फायदा है, किसको नुकसान है? पहला सवाल मैं समझाता हूँ इसमें सर। ये बहुत अच्छा क्वेश्चन पूछा आपने। आज बहुत कुछ क्लैरिफाई करूंगा इसमें। मैं होता क्या था पहले इस इंडस्ट्री में,
जब आप म्यूचुअल फंड, कोई सेग्रीगेटेड फंड जब खरीदते थे तो उसमें कई तरह की चीजें होती हैं जो सेल्स चार्जेस होते हैं। तो ये मैं ये नहीं कहूंगा कि हर कोई करता था इसमें। मैं उस कैटेगरी में आता हूँ अभी तक जिसने कभी भी ये डेफर्ड सेल्स चार्जेस यूज नहीं किए। तो मेरे साथ क्या है कि मेरे पास जो भी लोग आते हैं इन्वेस्ट करते हैं उन पे कभी भी एवरीबडी इज लिसनिंग राइट नाउ, जो भी जिन्होंने भी मेरे नाल इन्वेस्ट किया है, सो दे डोंट हैव एनी काइंड ऑफ पेनल्टी ऑन देम ਜਦੋਂ ਉਹ ਵਿਡਰॉ ਕਰਦੇ ਨੇ, ਉਹਨਾਂ ਦਾ ਪੈਸਾ ਉਹ ਲੈ ਜਾ। ਸੋ ਡੈਫਰਡ ਸੇਲ ਚਾਰजेस ਜੋ DSC ਹੈ ਉਹ ਬੰਦ ਕੀਤੀ ਜਾ ਰਹੀ ਹੈ। ਇਹ ਸਾਡੀ ਰੈਗੂਲੇਟਰੀ ਬੋਡੀਜ਼ ਨੇ ਜਿਹੜਾ ਹੈ ਇਹ ਕੀਤਾ ਹੈ 1 ਜੂਨ ਤੋਂ ਬਾਅਦ ਇਹ DSC 'ਚ ਕੋਈ ਵੇਚ ਨਹੀਂ ਸਕੇਗਾ। DSC 'ਚ ਕੀ ਹੁੰਦਾ ਸੀਗਾ ਸਰ, ਸਾਨੂੰ ਕਮਿਸ਼ਨ ਮਿਲ ਜਾਂਦਾ ਸੀਗਾ। ਉਸ ਤੋਂ ਬਾਅਦ ਅਗਰ ਕਲਾਇੰਟ ਜਿਹੜੇ ਨੇ ਜਿਨ੍ਹਾਂ ਨੇ ਇਨਵੈਸਟ ਕੀਤਾ ਹੈ ਅਗਰ ਉਹ ਵਿਡਰॉ ਕਰਨਾ ਚਾਹੁੰਦੇ ਸੀ ਤਾਂ ਉਹਨਾਂ ਦੇ ਉੱਪਰ 7 ਸਾਲ ਤੱਕ ਪੈਨਲਟੀ ਰਹਿੰਦੀ ਸੀ। 7 ਸਾਲ मतलब पहले साल 7% ਦੀ, ਫਿਰ 6 ਦੀ, ਫਿਰ 5 ਦੀ, ਐਵੇਂ ਘਟਦੀ ਸੀਗੀ। 8ਵੇਂ ਸਾਲ ਜਾ ਕੇ ਆਲਮੋਸਟ ਓਪਨ ਹੁੰਦੇ ਸੀ। ਸੋ ਉਹ ਫਸ ਜਾਂਦੇ ਸੀਗੇ, ਅਗਰ ਉਹਨਾਂ ਦਾ ਪਰਫਾਰਮੈਂਸ ਸਹੀ ਵੀ ਨਹੀਂ ਹੋ ਰਹੀ ਤਾਂ ਵੀ ਉਹ ਫਸੇ ਹੋਏ ਹੁੰਦੇ ਸੀਗੇ। ਸੋ ਇਹ DSC ਨੂੰ ਉਹਨਾਂ ਨੇ ਬੰਦ ਕੀਤਾ। ਔਰ ਮੈਂ ਪਹਿਲਾਂ ਮੈਂ ਆਪਦੇ ਆਪ ਨੂੰ ਐਕਸਪਲੇਨ ਇਸ ਵਾਸਤੇ ਕੀਤਾ ਹੈ ਕਿਉਂਕਿ ਮੈਂ ਕਦੇ DSC ਕਿਤੇ ਨਹੀਂ ਪਾਇਆ। ਸੋ ਸਾਡੇ ਇਹ ਸਿਸਟਮ ਹੁੰਦਾ ਹੈ। ਸੋ ਉਹ ਹੁਣ 1 ਜਨਵਰੀ ਤੋਂ ਬੇਸਿਕਲੀ 1 ਜੂਨ ਤੋਂ ਬੰਦ ਕਰ ਦਿੱਤਾ ਉਹਨਾਂ ਨੇ, ਉਸ ਤੋਂ ਬਾਅਦ ਨਹੀਂ ਕਰ ਸਕਦੇ, ਇਹ ਰੂਲ ਆਏ ਨੇ। ਲੇਕਿਨ ਬਹੁਤ ਸਾਰੀਆਂ ਕੰਪਨੀਆਂ ਨੇ ਹੁਣੇ ਤੋਂ ਹੀ ਸ਼ੁਰੂ ਕਰ ਦਿੱਤਾ। ਕਈਆਂ ਨੇ 26 ਅਪ੍ਰੈਲ 26 ਮਈ ਦੀ ਡੇਟ ਦਿੱਤੀ ਹੋਈ ਵੀ ਇਹ ਡੇਟ। ਸੋ 1 ਜੂਨ ਤੋਂ ਪਹਿਲਾਂ ਆਲਮੋਸਟ ਐਵਰੀ ਕੰਪਨੀ ਇਜ਼ ਕਲੋਜ਼ਿੰਗ ਦੇयर DSC। ਸੋ ਅੱਜ ਉਸ ਤੋਂ ਬਾਅਦ ਹੁਣ ਕਿਸੇ ਨੂੰ ਇਹ ਝੰਜਟ ਨਹੀਂ ਰਹੇਗਾ ਕਿਸੇ ਨੂੰ ਵੀ ਕਿ ਮੈਂ ਕਿਸੇ ਕੋਲ ਜਾ ਰਿਹਾ ਤਾਂ ਮੇਰੇ ਤੇ ਪੈਨਲਟੀ ਲੱਗੇਗੀ, ਮੈਂ ਪੈਸੇ ਕੱਢਾਂਗਾ। ਉਹ ਪੈਨਲਟੀਆਂ ਸਾਰੀਆਂ ਬੰਦ ਹੋ ਰਹੀਆਂ ਨੇ बेसिकली। ये रेगुलेशन आई है जी 1 जून को। अच्छा मोगा जी, जो पुराने लोग फंसे हुए, मान लो जिसका 3 साल पड़ा हुआ है, उसका क्या होगा जी? ये एक बड़ा स्टिकी पॉइंट है अब यहाँ पे आके, लेकिन उनका मेरे ख्याल वो चेंज कर रहे हैं। ये 1 जून के बाद पता चलेगा। कई कंपनियों ने तो डिसीजन ले लिया है कि यस हम DSC को बिल्कुल खत्म कर रहे हैं। अगर वो फंसे हुए थे जो 3 साल रह गए हैं जिनको, उनको भी ओपन कर दिया जाएगा, उनके ऊपर भी पेनल्टियां लगी। लेकिन ये कंपनी बेस पे डिसाइड हो रहा है। सो डिपेंड करेगा किसके पास है। अच्छा ओके, अगला सवाल ये है कि अच्छा ये बताइए, इन्फ्लेशन रेट तो कल बैंक ऑफ कनाडा ने बोला है कि ये 2024 के एंड तक 2% तक आएगा। तो अब ये कहानी है कि क्या अगर इन्फ्लेशन जब तक वो 2 पे नहीं पहुंचेगा तब तक क्या वो रेट कम कर सकते हैं? अगर वो रेट कम कर सकते हैं लेकिन इतना भी नहीं करेंगे। सो ऐसा नहीं होगा कि रेट बहुत ज्यादा कम हो जाएगा। सो ये मान के चलें कि जैसे ही वो कंट्रोल 3% के बाद, जैसे इस ईयर एंड के बाद उनको ये पता चलना शुरू हो जाएगा कि एक्चुअल इफेक्ट कितना रह गया इसका। तो अगर वो घटा के 1% और इन्फ्लेशन नीचे ले जा सकते हैं तो वो घटाएंगे। अगर वो उनको लगता है कि नहीं हमें ऊपर ही रखना है जब तक 2% नहीं आ जाती। सो इट्स अ वेरी स्टिकी सिचुएशन फॉर बैंक ऑफ कनाडा। और कोई भी इस चीज को प्रेडिक्ट नहीं कर सकता। जो भी ये बोले ना ये हो जाएगा वो हो जाएगा, सॉरी। पहले की ये चीजें थी कि इन्फ्लेशन ट्रांजिटरी है जी, इन्फ्लेशन सप्लाई की वजह से है जी, वो खत्म हो जाएगी, इंटरेस्ट रेट बढ़ाने की जरूरत नहीं है। अब देखो प्रेडिक्शन तो कोई भी कर सकता है बैठ के। मैं ये भी कह सकता हूँ बेटा होगा कि बेटी होगी, 50% चांसेस तो है ही ना कि हो जाएगा। सो वो सिचुएशन अलग है। लेकिन अभी से आप कुछ भी प्रोडक्ट नहीं कर सकते। बैंक ऑफ कनाडा ने जब लास्ट वीक जब उनकी प्रेस कॉन्फ्रेंस थी, बैंक ऑफ कनाडा के जो गवर्नर हैं उनसे एक क्वेश्चन पूछा गया था। उन्होंने बोला कि ये जो चल रहा है ना, हवा चल रही है हर जगह पे इंटरव्यू हो रहे हैं, कोई कुछ कह रहा है कोई कुछ कह रहा है, इंटरेस्ट रेट नीचे आ जाएंगे। उन्होंने साफ साफ कह दिया था कि मुझे कुछ दिख ही नहीं रहा है अभी तक, मेरी किसी रिपोर्ट में ये नहीं दिख रहा है कि मैं इस साल इंटरेस्ट रेट कम करूंगा। सो ये बैंक ऑफ कनाडा का था कहना। सो आप कुछ नहीं कह सकते सर, आपको वेट ही करना पड़ेगा। और मैं इस बारे में कोई प्रेडिक्शन नहीं देना चाहता, मैं कोई किसी को ख्वाब नहीं दिखाना चाहता यहाँ पे कि इंटरेस्ट रेट नीचे आ जाएगा जी। एनीवे तो शॉर्ट में ये है कि वो तो 2024 तक कह रहे हैं, लेकिन अब प्रॉब्लम ये है कि लोग तो हल्ला मचाने लगे कि इंटरेस्ट रेट कम होना चालू हो जाएगा। लोग इसी चल के वो हाइप क्रिएट करके रियल एस्टेट भी लोग खरीदे जा रहे हैं। दूसरा अभी OSFI सुपरिटेंडेंट ने भी रिलीज किया है कि फाइनेंशियल में कुछ दिक्कत आ सकती है बैंकों में, राइट? बैंकों में दिक्कत नहीं आ सकती हमारे, या हाउसिंग मार्केट में कहते हैं।
Watchdog flags housing market at top risk for Canada financial system. देखो इस वक्त हाउसिंग मार्केट तो स्टिकी सिचुएशन है ही। मेरे ख्याल पीके जी ज्यादा अच्छी तरह एक्सप्लेन कर पाएंगे उसको, बिकॉज उनका एरिया है ये, वो समझते हैं इस चीज को। लेकिन ये तो मान के चले सर, आप अगर लोग फिर से उस तरह से लोन उठाना शुरू कर देंगे और इंटरेस्ट रेट नीचे नहीं गए जो वो होप कर रहे हैं कि चले जाएंगे, अगर वो नहीं गए और उनके मॉर्गेजेस हो, अगर अभी तक तो वो अपनी जेब से पे कर रहे हैं, कितने टाइम उनकी होल्डिंग कैपेसिटी है उस पर बहुत डिपेंड करेगा। बैंक ऑफ कनाडा का एक और भी कहना था तो हाउसिंग के लिए कि अभी जो रिन्यूअल आ रहे हैं उन पे भी इम्पैक्ट शुरू हो गया है ना। पहले तो बैठे हुए थे, फिक्स में बैठे हुए थे। हम ये मान के चलते हैं कि 5 साल की टर्म होती है नॉर्मली, तो हर साल लगभग 20% रिन्यू होते हैं जो मॉर्गेजेस होते हैं। तो 20% इस साल रिन्यू हो रहे हैं, जो कि इंटरेस्ट रेट उनको 1% 1.5% पे मिला हुआ था या 2% पे मिला हुआ था। नाउ दे विल जंप टू 4%, कुछ जो भी चल रहा है, फिक्स का रेट चल रहा है या उस टाइम चल रहा होगा, क्योंकि मॉर्गेज के जो फिक्स के रेट होते हैं, अभी देखो पिछले दिनों मॉर्गेज के रेट नीचे आ गए, लेकिन वापस वापस ऊपर आ गए। क्यों आए हैं ऊपर? क्योंकि मॉर्गेज का रेट जो होता है हमारे 5 ईयर बॉन्ड से टाइड होता है। जो 5 ईयर बॉन्ड रेट चलता है कनाडा का, उसके बेस पे मॉर्गेज दी जाती है। तो 5 ईयर बॉन्ड फिर से उठ गया है, कहाँ वो 266 और 270 पे चला गया था, आज की डेट में फिर से वो 390 कुछ इस रेंज में घूम रहा है। 327 मैंने अभी खोला सामने, 3.3 के करीब आ गया। तो ऑब्वियसली मॉर्गेज रेट बढ़ जाएंगे। तो ये सारी चीजें इम्पैक्ट करती हैं और कुछ भी नहीं कहा जा सकता, लेकिन ये सीधा सीधा देखा जा रहा है इस वक्त कि हमारे इन्फ्लेशन अभी जो है 2024 तक नीचे जाएगी और जो इकोनॉमी में अभी स्लो डाउन आएगा, ये दिख रहा है सीधा सीधा। ओके, थैंक यू सो मच फॉर आंसरिंग द क्वेश्चंस। थैंक यू, बाय। थैंक यू जी, थैंक यू। और पीके जी का भी स्वागत कर लेने हैं, फिर अगली कॉलर में बताएंगे। पीके जी, वेरी वार्म वेलकम ऑन रेडियो आई। की हाल है सर? थैंक यू वेरी मच युद्धवीर जी, थैंक यू वेरी मच युद्धवीर जी। ये भाई साहब ने जो क्वेश्चन किया था अभी, आई थिंक गिरी जी थे शायद, राइट? हाँ जी, गिरीश जी। हाँ जी। हाँ, तो उसका जो हाउसिंग की जो बात कर रहे थे ना कि हाउसिंग की जो रिपोर्ट आ रही है, तो ये बात बिल्कुल ठीक है कि हर किस्म की रिपोर्ट मार्केट में आती है और नेगेटिव भी है, पॉजिटिव भी है, डिपेंड करता है। जैसे हम लोग जब पढ़ते थे तो हम लोग बियर एंड बुल वाली बात किया करते थे, वही थिंकिंग के ऊपर डिपेंड करता है। लेकिन मैं यहाँ ये बता दूं कि कैनेडियन रियल एसोसिएशन ने जो अभी स्टैट्स रिलीज की है, वहां से कुछ अंदाजा लग जाएगा। हाईलाइट ये थी कि नेशनल होम सेल जो है वो 1.4% मंथ ओवर मंथ बढ़ी है मार्च में, मंथ ओवर मंथ बढ़ी है बल्कि मंथली एक्टिविटी। लेकिन एक्चुअल जो है 2022 के मार्च से अगर देखें तो 34.4% कम हुई है। और न्यू लिस्टेड प्रॉपर्टी जो है वो भी ड्रॉप हुई है 5.8% मंथ ओवर मंथ। न्यू लिस्टेड की बात हो रही है, यहाँ पर कहीं कंफ्यूजन ना हो जाए आपस में। और लिस्टिंग की बात हो रही है, पहली बार मैंने सेल की थी, ये लिस्टिंग की बात हुई थी। जब लिस्टिंग कम होती है तो प्राइस ऊपर जाने की उम्मीद हो जाती है, जो कि हमने देख ही लिया मार्केट में इस वक्त क्या एक्टिविटी चल रही है जबरदस्त। और उसके बाद जो प्राइस है उन्होंने 0.2% मंथ ओवर मंथ बढ़ा है। हालांकि ईयर ओवर ईयर 15.5% घटा है, लेकिन अगर लास्ट मंथ की बात करें तो 0.2% बढ़ा है। वो हमने पिछली बार भी कहा था कि प्राइस थोड़े ऊपर की तरफ जाने शुरू हो गए हैं। और ये जो उनकी हाईलाइट है इस एरिया की, और प्लस हम अपने ऑफिस में देखते हैं एक्टिविटीज, वो ये भाई साहब की बात बिल्कुल ठीक थी गिरीश जी की भी वो जो रिपोर्ट्स आई है। लेकिन मैं यहाँ ये बता दूं कि जो भी रिपोर्ट आई है, इसको सिचुएशन 2 महीने पहले से बेटर है। जैसे इंटरेस्ट रेट चाहे प्राइम नहीं घटा, ओवरनाइट नहीं घटा, लेकिन बैंकों ने कम कर दिया था, अब फिर थोड़ा सा बढ़ा दिया उन्होंने और एक्टिविटी बढ़ गई है। लोगों को एटलीस्ट ये समझ आ गया है कि पहले था शेयर आएगा शेयर आएगा शेयर आएगा, कम से कम ये पता चल गया कि शेयर अब नहीं आएगा, आगे चला गया और यहाँ चांसेस बड़े कम है। तो उसका भी एक सेंटीमेंट्स के ऊपर बहुत बड़ा फर्क पड़ता है। इसीलिए बायर्स आर आउट देयर इन द मार्केट। उनको ये लग गया कि अब इंटरेस्ट रेट और बढ़ने वाले नहीं है। जैसे पहले ये था कि इंटरेस्ट रेट बढ़ेंगे बढ़ेंगे, हालांकि तब बढ़े नहीं थे, पर बढ़ेंगे बढ़ेंगे और बढ़े। और वही अब सेंटीमेंट्स है कि रेट अब बढ़ेंगे नहीं, घटेंगे घटेंगे। तो ये सेंटीमेंट्स बहुत बड़ा काम करते हैं किसी भी चीज के लिए। आपका मन जिसे कहते हैं, जो कहता है ना जब, तो आज वहां पर शुरू हो जाते हैं। और ये अफवाहें, हवाएं, ये न्यूज, इस पर बहुत कुछ डिपेंड करता है। ये मेरा मानना था जी युद्धवीर जी। बिल्कुल जी, थैंक यू। ਇਹਦੇ ਤੇ ਕੁਝ ਸਵਾਲ ਵੀ ਹੈਗੇ ਨੇ, ਕੁਝ ਹੋਰ ਡਿਸਕਸ਼ਨ ਵੀ ਕਰਾਂਗੇ, ਲੇਕਿਨ ਅੱਗੇ ਵਧਣ ਤੋਂ ਪਹਿਲਾਂ ਦੇਖਦੇ ਹਾਂ ਸਾਡੇ ਅਗਲੇ ਕਾਲਰ ਕੀ ਉਹਨਾਂ ਦਾ ਸਵਾਲ ਹੈ। ਕਮਲਜੀਤ ਜੀ, ਤੁਸੀਂ ਆਉਂਦੇ ਰਹੋ ਜੀ, ਵੈਲਕਮ। युद्धवीर जी सत श्री अकाल। ਸਤਿ ਸ਼੍ਰੀ ਅਕਾਲ ਜੀ। युद्धवीर जी मेरा सवाल है मोंगा साहब ਨੂੰ। मोंगा साहब जी सत श्री अकाल। ਸਤਿ ਸ਼੍ਰੀ ਅਕਾਲ ਸਰ। मोंगा जी ਤੁਸੀਂ ਦੱਸਦੇ ਪਏ ਡੀਐਸਸੀ ਬੰਦ ਹੋਣ ਜਾ ਰਹੇ, 1 ਜੂਨ ਤੋਂ ਬੰਦ ਹੋਣ ਜਾ ਰਹੇ ਜੀ? हाँ जी, 1 जून तो म्यूचुअल फंड ਤੇ म्यूचुअल फंड जी बिल्कुल बिल्कुल।
ਪਰ ਜਿੱਥੇ ਤੱਕ ਮੇਰੀ ਇਨਫੋਰਮੇਸ਼ਨ ਹੈ ਜੀ ਇਹ ਆਲਰੇਡੀ ਬੰਦ ਹੋ ਗਏ ਨੇ ਲਾਸਟ ਈਅਰ 1 ਜੂਨ 2022 ਤੋਂ ਬੰਦ ਹੋ ਗਏ ਨੇ ਜੀ ਬੈਨ ਕਰਤਾ ਹੈ ਨਹੀਂ ਹਲੇ ਵੀ ਚੱਲਦੇ ਪਏ ਨੇ ਜੀ ਯੂਜ਼ ਨਹੀਂ ਕਰਦੇ ਨੇ ਕੋਈ ਵੀ ਯੂਜ਼ ਨਹੀਂ ਕਰ ਰਿਹਾ ਲੇਕਿਨ DSC ਜਿਹੜੀ ਹੈ ਹਾਰਡ ਸਟਾਪ ਜਿਹੜਾ ਸੀਗਾ ਉਹ ਐਸ 1 ਜੂਨ ਦਾ ਸੀਗਾ ਜੀ ਜੀ ਮੈਂ 100% ਸ਼ੋਰ ਹਾਂ ਮੰਗਾ ਜੀ 1 ਜੂਨ 2022 ਤੋਂ ਬੰਦ ਹੋ ਗਏ ਨੇ 2022 ਉਹਨਾਂ ਨੇ ਅਨਾਉਂਸ ਕਰਕੇ ਉਹਨਾਂ ਨੇ 1 ਸਾਲ ਦਿੱਤਾ ਸੀਗਾ ਸਰ ਸੋ ਅਫੈਕਟਿਵ ਹੋ ਗਏ ਨੇ ਖਾਲੀ 1 ਜੂਨ 2023 ਤੋਂ ਸੈਗ ਫੰਡ ਦੇ ਬੰਦ ਹੋਣ ਜਾ ਰਹੇ ਜੀ ਅੱਛਾ ਨਹੀਂ ਠੀਕ ਹੈ ਤੁਸੀਂ ਸਹੀ ਕਹਿ ਰਹੇ ਹੋ ਉਹ ਮਿਊਚੁਅਲ ਫੰਡ ਵਾਲੇ ਬੰਦ ਹੋ ਚੁੱਕੇ ਨੇ ਸੈਗ ਫੰਡ ਦੇ ਹੁਣ ਬੰਦ ਹੋ ਰਹੇ ਨੇ ਬਿਲਕੁਲ ਤੇ ਮੰਗਾ ਜੀ ਮੈਂ ਤੁਹਾਡੇ ਕੋਲ ਗੱਲ ਪੁੱਛਣੀ ਤੁਸੀਂ ਜਿਸ ਤਰ੍ਹਾਂ ਕਹਿੰਦੇ ਮੈਂ DSC ਚਾਰਜ ਨਹੀਂ ਕਰਦਾ ਫਿਰ ਤੁਸੀਂ ਕਲਾਇੰਟ ਤੋਂ ਫਰੰਟ ਐਂਡ ਚਾਰਜ ਕਰਦੇ ਹੋ ਨਹੀਂ ਬਿਲਕੁਲ ਨਹੀਂ ਚਾਰਜ ਕਰਦਾ ਜੀ ਫਰੰਟ ਪਰ ਤੁਸੀਂ ਕਿਸ ਤਰ੍ਹਾਂ ਸਰਵਾਈਵ ਕਰਦੇ ਹੋ ਸਰ ਅਸੀਂ ਟ੍ਰੇਲਰ ਤੇ ਹੁੰਨੇ ਆ ਜੀ ਕਿਉਂਕਿ ਦੇਖੋ ਗੱਲ ਇਹ ਹੁੰਦੀ ਹੈ ਹੁਣ ਮੈਂ ਤੁਹਾਨੂੰ ਖੁੱਲ ਕੇ ਦੱਸ ਦਿੰਦਾ ਮੇਰੇ ਕੋਲ ਜੋ ਪੈਸਾ ਹੈ ਮੈਂ ਇਹ ਨਹੀਂ ਦੱਸਣਾ ਚਾਹਾਂਗਾ ਕਿੰਨਾ ਪਿਆ ਮੇਰੇ ਕੋਲ ਕਿੰਨਾ ਲੋਕਾਂ ਨੇ ਇਨਵੈਸਟ ਕੀਤਾ ਹੈ ਸਾਨੂੰ ਉਹਦੇ ਤੇ ਟ੍ਰੇਲਰ ਬੁੱਕ ਤੇ ਤੁਸੀਂ ਟੋਟਲ ਬੁੱਕ ਤੇ ਦੱਸ ਸਕਦੇ ਹੋ ਆਪਣੀ ਐਸੈਟ ਬਿਲਕੁਲ ਉਹੀ ਮੈਂ ਬੁੱਕ ਦੀ ਗੱਲ ਕਰ ਰਿਹਾ ਮੇਰੀ ਬੁੱਕ ਤੇ ਜੋ ਮੈਨੂੰ ਟ੍ਰੇਲਰ ਆਉਂਦਾ ਹੈ ਉਹ ਇੰਨਾ ਹੈ ਕਿ ਮੈਨੂੰ ਜ਼ਰੂਰਤ ਨਹੀਂ ਹੈ ਸਰ ਕਿਸੇ ਤੋਂ ਕਮਿਸ਼ਨ ਚਾਰਜ ਕਰਨ ਸੋ ਮੈਂ ਇਸ ਵਾਸਤੇ ਕਹਿ ਰਿਹਾ ਸੋ ਮੈਂ ਉਸ ਲੈਵਲ ਤੇ ਬੈਠਾ ਹੋਇਆ ਜਿਸ ਲੈਵਲ ਤੇ ਮੈਨੂੰ ਕਿਸੇ ਤੋਂ ਕਮਿਸ਼ਨ ਚਾਰਜ ਕਰਨ ਦੀ ਜ਼ਰੂਰਤ ਨਹੀਂ ਹੈ ਮੈਨੂੰ ਜਿਹੜਾ ਈਅਰਲੀ ਉਹਦੇ ਤੇ ਟ੍ਰੇਲਰ ਆਉਂਦਾ ਹੈ ਮੇਰੀ ਮਿਹਨਤ ਤੇ ਉਹਦੇ ਨਾਲ ਹੀ ਕੰਮ ਚੱਲ ਜਾਂਦਾ ਹੈ ਨਹੀਂ ਪਰ ਨਹੀਂ ਉਹ ਵੀ ਤੁਹਾਡੀ ਮਿਹਨਤ ਹੈ ਜੀ ਤੁਸੀਂ ਹੁਣ ਜਿਸ ਮੈਂ ਤੁਹਾਡਾ ਕਲਾਇੰਟ ਬਣਿਆ ਤੁਸੀਂ ਮੈਨੂੰ ਗਰੋ ਕਰਕੇ ਦਿਓਗੇ ਤਾਂ ਤੁਹਾਡਾ ਰਾਈਟ ਬਣਦਾ ਜੀ ਕੋਈ ਚਾਰਜ ਕਰਨਾ ਬਿਲਕੁਲ ਦੇਖੋ ਹੁੰਦਾ ਕੀ ਹੈ ਜੀ ਉਹ ਜਿਹੜੀ ਗਰੋਥ ਹੈ ਮੰਨ ਲਓ ਮੇਰੇ ਕੋਲ $150 ਮਿਲੀਅਨ ਮੈਂ ਇੱਕ ਐਗਜ਼ਾਮਪਲ ਦੇ ਠੀਕ ਹੈ ਉਹ 150 ਮਿਲੀਅਨ ਦਾ ਅਗਰ ਮੈਂ ਅਗਲੇ ਸਾਲ ਵਧਾ ਕੇ 160 ਮਿਲੀਅਨ 170 ਮਿਲੀਅਨ ਲੈ ਜਾਵਾਂ ਅਗਰ 10 ਮਿਲੀਅਨ 15 ਮਿਲੀਅਨ ਉਹਦੇ ਚ ਵਧਾ ਲਵਾਂ ਤਾਂ ਮੈਨੂੰ ਉਹ ਜਿਹੜਾ 15 ਮਿਲੀਅਨ ਮੈਂ ਵਧਾਇਆ ਉਹਦੇ ਤੇ ਵੀ ਤਾਂ ਮੈਨੂੰ ਟ੍ਰੇਲਰ ਆਏਗਾ ਨਾ ਬਿਲਕੁਲ ਆਏਗਾ ਜੀ ਬਿਲਕੁਲ ਆਏਗਾ ਸੋ ਮੇਰੇ ਵਾਸਤੇ ਇਹ ਇੱਕ ਮੋਟੀਵੇਸ਼ਨ ਹੈ ਮੈਨੂੰ ਪੈਸੇ ਕਮਾਉਣ ਵਾਸਤੇ ਕਿ ਮੈਂ ਸਭ ਦਾ ਪੈਸਾ ਵਧਾਵਾਂ ਤਾਂ ਹੀ ਅਗਰ ਮੈਂ ਸਭ ਦਾ ਪੈਸਾ ਵਧਾਵਾਂਗਾ ਤਾਂ ਹੀ ਮੈਨੂੰ ਹੋਰ ਜ਼ਿਆਦਾ ਮਿਲੇਗਾ ਨਾ ਜੀ ਨਹੀਂ ਉਹ ਡੈਫੀਨੇਟਲੀ ਜੀ ਕਲਾਇੰਟ ਗਰੋ ਕਰੇਗਾ ਤੁਸੀਂ ਗਰੋ ਕਰੋਗੇ ਬਿਲਕੁਲ ਗਰੋ ਕਰਾਂਗਾ ਔਰ ਮੈਨੂੰ ਉਨਾ ਹੀ ਕਮਿਸ਼ਨ ਮਿਲੇਗਾ ਜਿੰਨਾ ਉਹ ਗਰੋ ਕਰਨਗੇ ਸੋ ਮੇਰੇ ਵਾਸਤੇ ਇਹ ਮੋਟੀਵੇਸ਼ਨ ਹੈ ਤੇ ਮੈਂ ਜਸਟ ਤੁਹਾਨੂੰ ਕਾਲ ਕੀਤਾ ਸੀ ਮੈਂ ਕਿਹਾ ਤੁਹਾਨੂੰ ਕਰੈਕਟ ਕਰਦਾ 1 ਜੂਨ 2022 ਤੋਂ ਮਿਊਚੁਅਲ ਫੰਡ ਬਿਲਕੁਲ ਤੁਸੀਂ ਸਹੀ ਹੋ ਥੈਂਕ ਯੂ ਜੀ ਐਸ 1 ਜੂਨ ਤੋਂ ਸੈਕ ਫੰਡ ਬੰਦ ਹੋ ਰਹੇ ਨੇ ਠੀਕ ਹੈ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਥੈਂਕ ਯੂ ਜੀ ਔਰ ਅਗਲੀ ਕਾਲ ਵੱਲ ਵਧਦੇ ਹਾਂ ਜੀ ਹਰਪ੍ਰੀਤ ਜੀ ਦਾ ਸਵਾਲ ਹੈ ਯੁਧਵੀਰ ਜੀ ਕੁਐਸਚਨ ਫॉर ਪੀਕੇ ਜੀ ਆਈ ਬੁੱਕ ਨੰਬਰ 31 ਪਾਰਲੀਮੈਂਟ ਥਰੂ ਪੀਕੇ ਜੀ ਤੁਹਾਡੇ ਕੋਲੋਂ ਬੁਕਿੰਗ ਕਰਵਾਈ ਹੈ ਜੀ ਉਹਨਾਂ ਨੇ ਕੋਈ ਉਹ ਕਹਿੰਦੇ ਜੀ ਐਨੀ ਨਿਊ ਅਪਡੇਟ ਐਂਡ M3 ਕੋਂਡੋ ਇਨ ਮਿਸਿਸਾਗਾ ਗਿਵ ਦਾ ਅਪਡੇਟ ਟੂ ਹਾਂਜੀ M3 ਜੇ ਕੋਈ ਕਰਾਇਆ ਜੀ ਹਾਂ 31 ਪਾਰਲੀਮੈਂਟ और M3 दोनों ही बड़ी जबरदस्त इन्वेस्टमेंट्स की हुई ने ऐसी रेडियो स्टेशन आगे से बोल देना कितना तुझे कमाया 31 पार्लियामेंट की जी क्लोजिंग है थोड़ी लेट हो गई 25 तक चली गई है जी तो जाके देखो कंस्ट्रक्शन स्टार्ट हो चुकी है बिल्डर बड़ा सॉलिड है लेंट वाला तो दोनों ही बिल्डर बड़े जबरदस्त ने जी दूसरे पास M3 की गल करिए तो देखो ना रॉजर्स अर्बन कैपिटल रॉजर्स वेरी सॉलिड पेमेंट के मामले कंस्ट्रक्शन के मामले स्टैंडर्ड के मामले बहुत सोहनी इन्वेस्टमेंट है सीधी जी गल है जी युद्धवीर जी जिथे मैं कोई चीज पसंद नहीं करता मैं नहीं ਜਿਹਨੂੰ ਕਹਿੰਦੇ ਪ੍ਰੋਡਕਟ ਮੇਰੇ ਅੱਗੇ ਸੋਲਡ ਆਊਟ ਹੋਣਾ ਚਾਹੀਦਾ ਤਾਂ ਹੀ ਮੈਂ ਅੱਗੇ ਵੇਚਾਂਗਾ ਸਿੰਪਲ ਜੀ ਗੱਲ ਹੈਗੀ ਜਦ ਮੈਂ ਹੀ ਨਹੀਂ ਉਹਦੇ ਤੇ ਕਨਵਿੰਸ ਹੋ ਰਿਹਾ ਤੇ ਮੈਂ ਕਿਸ ਤਰ੍ਹਾਂ ਵੇਚਾਂਗਾ ਹੁਣ ਵੀ ਜਿਸ ਤਰ੍ਹਾਂ ਜੇ ਰੈਗਲਨ ਵੇਚਿਆ ਹੈਗਾ ਆਈ ਐਮ ਦਾ ਟਾਪ ਪ੍ਰੋਡਿਊਸਰ ਕਿਉਂਕਿ ਮੈਂ ਪ੍ਰੋਡਕਟ ਨੇ ਮੈਨੂੰ ਕਨਵਿੰਸ ਕਰਤਾ ਸੀਗਾ ਮੈਂ ਖੁਦ ਹੀ ਖਰੀਦਿਆ ਤੇ ਹੁਣ ਅਸੀਂ ਕਿਪਲਿੰਗ ਸਟੇਟ ਕਾਂਡੋ ਲੈ ਕੇ ਆਏ ਆ ਸਟੇਸ਼ਨ ਕਾਂਡੋ ਸੈਂਟਰ ਕੋਰਟ ਵਨ ਆਫ ਦਾ ਟਾਪ ਬਿਲਡਰ ਹੈ ਉਹ ਬਿਲਡਰ ਹੈਗਾ ਜਿਹੜਾ ਕਿ ਆਕੂਪੈਂਸੀ ਔਰ ज्यादातर प्रोडक्ट के अंदर ऑक्यूपेंसी और क्लोजिंग का फर्क ही नहीं करना कहते जी मेरे को ना हैगा जो कहते हैं 0 days 0 ऑक्यूपेंसी तो उत्ते भी मैं तुम्हें दे देंगा तो इस करके असी जो है इन्होंने दोनों प्रोजेक्ट बड़े चंगे ने M3 भी टाइम ना चल रहा है जाके देखो बिल्डिंग कितनी उत्ते जा चुकी है और 31 पार्लियामेंट भी M3 में लगता है दोनों ही शायद लेट ना हो पंच होर ज्यादा लेट ना हो 31 पार्लियामेंट थोड़ा लेट हो गया उसका सब तो बड़ा कारण सीगा कि जी स्ट्राइक हो चुकी सी कंस्ट्रक्शन वर्कर्स की इंपैक्ट दोनों पे पिया M सिटी ਜਿਹੜੀ ਹੈਗੀ ਉਹਦੇ ਥੋੜਾ ਘੱਟ ਪਿਆ ਲੇਕਿਨ ਮੈਨੂੰ ਲੱਗਦਾ ਹੈ ਕਿ M3 ਵੀ ਥੋੜਾ ਜਿਹਾ ਲੇਟ ਹੋਏਗਾ ਬਿਕੋਜ਼ ਆਫ ਦੈਟ ਹੜਤਾਲ ਅਦਰਵਾਈਜ਼ ਟਾਈਮ ਸਿਰ ਦੋਨੋਂ ਪ੍ਰੋਜੈਕਟ ਚੱਲ ਰਹੇ ਨੇ ਜੀ ਠੀਕ ਹੈ ਜੀ ਠੀਕ ਹੈ ਜੀ ਤੁਸੀਂ ਗੱਲ ਕਰ ਰਹੇ ਸੀ ਜਿਹੜਾ ਨਵਾਂ ਪ੍ਰੋਜੈਕਟ ਆ ਰਿਹਾ ਉਹਦੇ ਬਾਰੇ ਵੀ ਜਾਣਕਾਰੀ ਔਰ ਰੈਗਲਨ ਉਹਦੇ ਬਾਰੇ ਵੀ ਜਾਣਕਾਰੀ ਪਹਿਲਾਂ ਦੇ ਦਿਓ ਫਿਰ ਅੱਗੇ ਵਧਦੇ ਹਾਂ ਜੀ ਦੇਖੋ ਰੈਗਲਨ ਜਿਹੜਾ ਹੈਗਾ ਮੇਰੇ ਜਿਹੜੇ 5 ਜਿਹੜੇ ਮੇਰੇ ਫੇਵਰਿਟ ਮਾਡਲ ਸੀਗੇ ਜਿਹੜੇ ਕਿ ਸੋਲਡ ਆਊਟ ਹੋ ਗਏ ਔਰ ਮੈਂ ਕੰਗ੍ਰੈਚੁਲੇਟ ਕਰਨਾ ਸਾਰੇ ਮੇਰੇ ਬਾਇਰਸ ਨੂੰ ਕਿ ਤੁਸੀਂ ਬਹੁਤ ਚੰਗਾ ਡਿਸੀਜਨ ਲਿੱਤਾ ਹੈਗਾ ਐਂਡ ਉਹੀ 5 ਮਾਡਲ ਮੈਂ ਉਹਨਾਂ ਕੋਲ ਹੋਰ ਮੰਗੇ ਸੀ ਕੱਲ ਹੀ ਮੇਰੇ ਉਹਦੇ ਨਾਲ ਗੱਲ ਚੱਲ ਰਹੀ ਸੀਗੀ ਕਿ ਮੈਨੂੰ ਹੋਰ ਦਿਓ ਥੋੜੇ ਜਿਹੇ ਦਿਓ ਨਾਟ ਓਨਲੀ ਦਿਓ ਬਲਕਿ ਮੈਨੂੰ ਸੇਮ ਇਨਸੈਂਟਿਵ ਦੇ ਉੱਤੇ ਦਿਓ
ਉਹ ਜ਼ਿਆਦਾ ਇੰਪੋਰਟੈਂਟ ਗੱਲ ਹੈ। ਅਗਰ ਉਹ ਇਨਸੈਂਟਿਵ ਮੇਰੇ ਖਿੱਚ ਲੈਣਗੇ ਤੇ ਟੂ ਬੀ ਵੈਰੀ ਓਨੈਸਟ ਮੈਂ ਕੱਲ ਹੀ ਉਹਨਾਂ ਨੂੰ ਕਹਿਤਾ ਸੀਗਾ ਮੈਂ ਵੇਚਾਂਗਾ ਹੀ ਨਹੀਂ ਹੁਣ, ਕਿਉਂਕਿ ਮੇਰੇ ਵਾਸਤੇ ਬੜਾ ਗਲਤ ਹੋਏਗਾ ਜੀ। ਇੱਕ ਕਲਾਇੰਟ ਨੂੰ ਮੈਂ 1 ਲੱਖ ਦੀ ਇਨਸੈਂਟਿਵ ਦੇ ਰਿਹਾ, ਦੂਜੇ ਨੂੰ ਮੈਂ ਕਹਿ ਰਿਹਾ ਮੈਂ ਨਹੀਂ ਦੇ ਰਿਹਾ ਜਾਂ ਘੱਟ ਦੇ ਰਿਹਾ, ਤੇ ਮੈਨੂੰ ਤਾਂ ਉਹੀ ਇਨਸੈਂਟਿਵ ਚਾਹੀਦੇ ਨੇ, ਉਸ ਤੋਂ ਬਾਅਦ ਨਹੀਂ ਤੇ ਮੈਂ ਪ੍ਰੋਜੈਕਟ ਵੇਚਣਾ ਹੀ ਬੰਦ ਕਰ ਦਿਆਂਗਾ। ਸਿੰਪਲ ਜੀ ਗੱਲ ਹੋ ਗਈ। ਕੱਲ ਮੈਂ ਬੜੀ ਓਪਨਲੀ ਗੱਲ ਕੀਤੀ ਸੀ ਜੋਸਫ ਨਾਲ ਐਂਡ ਕ੍ਰਿਸ ਨਾਲ, ਤੇ ਮੈਨੂੰ ਅੱਜ ਉਮੀਦ ਹੈ ਕੁਝ ਮਿਲਣਗੇ, ਲੇਕਿਨ ਇਸ ਵਕਤ ਮੇਰੇ ਹੱਥ 'ਚ ਕੋਈ ਨਹੀਂ ਹੈਗਾ, ਇੱਕ ਵੀ ਯੂਨਿਟ ਮੇਰੇ ਕੋਲ ਨਹੀਂ ਹੈਗਾ, ਤੇ ਉਹ ਇੱਕ ਤੇ ਰੈਗੂਲਰ ਹੋ ਗਿਆ। ਦੂਜਾ ਕਿਉਂਕਿ ਉਹਦਾ ਟਾਈਮ ਆ ਗਿਆ ਆਲਮੋਸਟ ਸੋਲਡ ਆਊਟ ਦਾ। ਹਾਂ, ਕੁਝ ਹਾਈ ਐਂਡ ਯੂਨਿਟਸ ਅਜੇ ਹੋਰ ਕੱਢਣਗੇ, ਇਹਨਾਂ ਨੇ ਪੂਰਾ ਪ੍ਰੋਜੈਕਟ ਰਿਲੀਜ਼ ਨਹੀਂ ਕੀਤਾ ਸੀ ਰੈਗੂਲਰ ਨੇ, ਤੇ ਕੁਝ ਹਾਈ ਐਂਡ ਯੂਨਿਟਸ ਵੱਡੇ ਯੂਨਿਟਸ ਰਿਲੀਜ਼ ਕਰਨਗੇ ਬਹੁਤ ਜਲਦੀ। ਕੱਲ ਹੀ ਗੱਲ ਹੋਈ ਹੈ, ਤੇ ਚਲੋ ਜਦ ਤੱਕ ਉਹ ਆਣਗੇ ਅਸੀਂ ਕਿਪਲਿੰਗ ਸਟੇਸ਼ਨ ਕਾਂਡੋਸ ਜਿਹੜਾ ਕਿ ਬਾਈ ਸੈਂਟਰ ਕੋਰਟ ਹੈਗਾ, ਉਹਨਾਂ ਦੇ ਟੋਟਲ 5.6 ਬਿਲੀਅਨ ਦੀ ਡਿਵੈਲਪਮੈਂਟ ਹੁਣ ਤੱਕ ਕੀਤੀ ਹੈ। 19 ਉਹਨਾਂ ਨੇ ਟਾਵਰਸ ਬਣਾਏ ਨੇ, 10,000 ਯੂਨਿਟ ਦੇ ਕਰੀਬ ਵੇਚੇ ਨੇ, ਐਂਡ 0 ਡੇਜ਼ ਆਫ ਇੰਟਰਿਮ ਆਕੂਪੈਂਸੀ ਉਹਨਾਂ ਰੱਖੀ ਹੈ। ਦੇਖੋ ਕਿੰਨੀ ਅਜੀਬ ਗੱਲ ਹੈ, ਔਰ ਇੱਕ ਵੀ ਉਹਨਾਂ ਦਾ ਪ੍ਰੋਜੈਕਟ ਅਜੇ ਤੱਕ ਕੈਂਸਲ ਨਹੀਂ ਹੋਇਆ। ਸਭ ਤੋਂ ਵੱਡੀ ਗੱਲ ਹੈ ਕਿ ਸੈਂਟਰ ਕੋਰਟ ਦੀ ਕਿ ਉਹ ਫੁੱਲੀ ਜ਼ੋਨਡ ਐਂਡ ਸਿਟੀ ਅਪਰੂਵ ਕਰਨ ਦੇ ਬਾਅਦ ਕੰਮ ਸ਼ੁਰੂ ਕਰਦੇ ਨੇ। ਠੀਕ ਹੈ ਜੀ। ਔਰ ਪੀਕੇ ਜੀ, ਅਸੀਂ ਇਸ ਤੋਂ ਪਹਿਲਾਂ ਕਿ ਅਗਲੀ ਕਾਲ ਵੱਲ ਵਧੀਏ, ਪੰਕਜ ਜੀ ਮੈਂ ਤੁਹਾਡੇ ਵੱਲ ਆਉਣਾ ਚਾਹਾਂਗਾ। ਕੋਈ ਇਨਵੈਸਟਮੈਂਟ, ਕੋਈ ਕਿਸੇ ਤਰ੍ਹਾਂ ਦੀ ਓਪਰਚੁਨਿਟੀ ਹੈ, ਉਹ ਵੀ ਜ਼ਰੂਰ ਸ਼ੇਅਰ ਕਰ ਦਿਓ ਸਰ। ਜੀ ਬਿਲਕੁਲ ਯੁਧਵੀਰ ਜੀ, ਕਿਉਂ ਨਹੀਂ, ਕਿਉਂਕਿ ਸਿਚੁਏਸ਼ਨ ਜਿਹੜੀਆਂ ਬਣਦੀਆਂ ਜਾ ਰਹੀਆਂ ਨੇ ਅੱਜ ਕੱਲ੍ਹ ਮਾਰਕੀਟ ਦੀਆਂ, ਇਕੋਨਮੀ ਦੀਆਂ, ਅਸੀਂ ਕਾਫੀ ਡਿਸਕਸ ਕਰ ਲਿੱਤੇ। ਅਸੀਂ ਸਲੋ ਡਾਊਨ ਥੋੜਾ ਜਿਹਾ ਦੇਖ ਰਹੇ ਹਾਂ, ਲੇਕਿਨ ਉਸ ਤੋਂ ਬਾਅਦ ਉੱਠਣ ਦੀ ਉਮੀਦ ਹੈਗੀ ਹੈ। ਸੋ ਉੱਠਣ ਦੀ ਉਮੀਦ ਨੂੰ ਦੇਖਦੇ ਹੋਏ ਮੈਂ ਪਹਿਲਾਂ ਵੀ ਜਿਵੇਂ ਐਕਸਪਲੇਨ ਕੀਤਾ ਕਿ ਜਿਹੜੀ ਸਾਡੀ ਮਾਰਕੀਟ ਹੈ ਬੇਸਿਕਲੀ ਉਹ ਫਾਰਵਰਡ ਲੁਕਿੰਗ ਮਾਰਕੀਟ ਹੈ। ਸੋ ਉਹਦੇ ਵਿੱਚ ਕੀ ਹੁੰਦਾ ਹੈ ਕਿ ਅਸੀਂ ਵਿੱਚ ਵਾਲਾ ਪਾਰਟ ਨਹੀਂ ਦੇਖਦੇ ਹਾਂ, ਅਸੀਂ ਹਾਂਜੀ ਪੀਕੇ ਜੀ, ਹਾਂਜੀ ਇੱਕ ਸੈਕਿੰਡ ਪੀਕੇ ਜੀ, ਹਾਂਜੀ ਤੁਸੀਂ ਆਉਂਦੇ ਰਹੋ। ਹਾਂਜੀ ਪੀਕੇ ਜੀ। ਜੀ 50 ਮਿੰਟ ਟੂ ਪੀਅਰਸਨ 에ਅਰਪੋਰਟ, 50,000 ਜੌਬ ਜਿੱਥੇ ਹੈਗੀਆਂ ਨੇ, ਮਤਲਬ ਕਿ ਐਕਸੈਸ ਟੂ ਲੋਕਲ ਟੀਸੀ ਟ੍ਰਾਂਜ਼ਿਟ, ਮਿਡਵੇ, ਗੋ ਟ੍ਰਾਂਜ਼ਿਟ, ਪੀਅਰਸਨ 에ਅਰਪੋਰਟ, ਮਤਲਬ ਕਿ ਤੁਸੀਂ ਲੋਕਲ, ਮਿਊਨਿਸਪਲ, ਰੀਜਨਲ ਤੇ ਇੰਟਰਨੈਸ਼ਨਲ ਜਿੱਥੇ ਮਰਜ਼ੀ ਤੁਸੀਂ ਉੱਥੇ ਸਾਰਾ ਡੋਰ ਦੇ ਉੱਤੇ ਹੈਗਾ। ਤੇ ਇਹ ਦਿਸ ਇਜ਼ ਵਨ ਆਫ ਦ ਰੀਜ਼ਨ ਅਸੀਂ ਕਿਪਲਿੰਗ ਸਟੇਸ਼ਨ ਕੱਢੋ। ਮੈਂ ਤੁਹਾਨੂੰ ਇੱਕ ਗੱਲ ਦੱਸਦੇ ਹਾਂ ਕਿ ਮੈਨੂੰ ਲੋਕੀ ਪੁੱਛਦੇ ਨੇ ਕਿ ਤੁਸੀਂ ਚੂਜ਼ ਕਰਕੇ ਕਿਉਂ ਪ੍ਰੋਜੈਕਟ ਭੇਜਦੇ ਹੋ। ਸਾਡੇ ਇੱਥੇ ਐਵਰੀ ਟਿਊਜ਼ਡੇ, ਜਿੱਦਾਂ ਕੱਲ ਟਿਊਜ਼ਡੇ ਨਿਕਲਿਆ ਹੈਗਾ, ਸਾਰੇ ਐਵਰੀ ਟਿਊਜ਼ਡੇ ਪੂਰੀ ਟੀਮ ਬੈਠਦੀ ਹੈ ਤੇ ਅਸੀਂ ਇਵੈਲੂਏਟ ਕਰਨੇ ਹਾਂ ਹਰ ਪ੍ਰੋਜੈਕਟ ਨੂੰ ਉਸ ਹਫ਼ਤੇ ਦੇ ਅੰਦਰ। ਉਹਦੇ ਅੰਦਰ ਅਸੀਂ ਦੇਖਣਾ ਕਿ ਅਸੀਂ ਕਿਹਨੂੰ ਵੇਚਣਾ ਹੈਗਾ। ਜਿਹੜਾ AAA ਸਾਨੂੰ ਕੋਲ ਆਉਂਦਾ AA ਐਂਡ AAA, ਉਸ ਤੋਂ ਥੱਲੇ ਅਸੀਂ ਜਾਂਦੇ ਹੀ ਨਹੀਂ। ਅਸੀਂ ਉਸ ਪ੍ਰੋਜੈਕਟ ਦੀ ਮਾਰਕੀਟਿੰਗ ਹੀ ਨਹੀਂ ਕਰਦੇ। ਕੋਈ ਮੰਗਦਾ ਤੇ ਦੇ ਦਿੰਦੇ ਆ ਕਿਉਂਕਿ ਸਾਡੇ ਕੋਲ ਐਕਸੈਸ ਹੈਗਾ, ਪਰ ਅਸੀਂ ਮਾਰਕੀਟਿੰਗ ਨਹੀਂ ਕਰਦੇ। ਤੇ ਕਿਪਲਿੰਗ ਸਟੇਸ਼ਨ ਕਾਂਡੋਸ ਆਈ ਵੁੱਡ ਸੇ ਇਸ ਨੈਕਸਟ ਥਿੰਗ, ਐਂਡ ਇਟ ਇਜ਼ ਅਫੋਰਡੇਬਲ ਔਰ ਘੱਟ ਪ੍ਰਾਈਸ ਹੈਗਾ ਕਿਉਂਕਿ ਲੋਕੇਸ਼ਨ ਉੱਤੇ ਡਿਪੈਂਡ ਕਰਦਾ ਹੈਗਾ। ਤੇ ਕਿਸੇ ਨੂੰ ਵੀ ਅਗਰ ਇਹਦੇ ਬਾਰੇ ਕੁਝ ਹੋਰ ਪਤਾ ਕਰਨਾ ਹੋਵੇ ਤੇ ਸਾਨੂੰ ਟੈਕਸਟ ਮੈਸੇਜ ਪਾ ਲੈ ਤੇ 6472994757। ਆਈ ਰਿਪੀਟ 6472994757। ਮੈਨੂੰ ਟੈਕਸਟ ਮੈਸੇਜ ਪਾ ਦਿਓ ਫॉर ਕਿਪਲਿੰਗ ਕਾਂਡੋਸ, ਤੁਹਾਨੂੰ ਇਮੀਡੀਏਟਲੀ 10 ਮਿੰਟ ਅੰਦਰ ਈਮੇਲ ਸਾਰੀ ਆ ਜਾਏਗੀ। ਜੀ ਜੀ ਠੀਕ ਹੈ ਜੀ। ਹਾਂਜੀ ਪੰਕਜ ਜੀ, ਯੂ ਗੋ ਅहेड। ਹਾਂਜੀ ਜੀ ਬਿਲਕੁਲ ਯੁਧਵੀਰ ਜੀ, ਮੈਂ ਗੱਲ ਕਰ ਰਿਹਾ ਸੀਗਾ ਇਨਵੈਸਟਮੈਂਟ ਦੀ, ਕਿਉਂਕਿ ਐਜ਼ ਏ ਸਰਟੀਫਾਈਡ ਫਾਈਨੈਂਸ਼ੀਅਲ ਪਲੈਨਰ ਮੈਂ ਇਸ ਚੀਜ਼ ਨੂੰ ਸਮਝ ਸਕਦਾ ਕਿ ਕਿਵੇਂ ਹੁੰਦਾ, ਕੀ ਚੱਲਦਾ। ਸੋ ਅਸੀਂ ਫਾਰਵਰਡ ਲੁਕਿੰਗ ਚੱਲਦੇ ਹਾਂ ਮਾਰਕੀਟ 'ਚ। ਸੋ ਹੁਣ ਅਸੀਂ ਬਹਿ ਸਕਦੇ ਹਾਂ ਮਾਰਕੀਟ ਜਾ ਕੇ ਤੇ ਇਹ ਦੇਖਦੇ ਹੋਏ ਕਿ ਕਿਹੜੀ ਚੀਜ਼ਾਂ ਵਧਣਗੀਆਂ ਜਾ ਕੇ। ਸੋ ਮਾਰਕੀਟ ਇਸ ਵੇਲੇ ਮੈਂ ਪਹਿਲਾਂ ਵੀ ਜਿਵੇਂ ਐਕਸਪਲੇਨ ਕੀਤਾ, ਜਨਵਰੀ ਤੋਂ ਮਾਰਚ ਦੇ ਅੰਦਰ ਹੀ ਲਗਭਗ 7.5-8% ਦੇ ਕਰੀਬ ਉੱਪਰ ਹੈਗੀ ਹੈ ਇੱਕ 3 ਮਹੀਨਿਆਂ ਦੇ ਅੰਦਰ। ਕਿਉਂਕਿ ਇਹ ਸਭ ਨੂੰ ਦਿਖਦਾ ਪਿਆ ਕਿ ਡਾਊਨ ਟਰਨ ਆਏਗਾ, ਇਹ ਗਰੋਥ ਘਟੇਗੀ, ਲੇਕਿਨ ਉਹ ਚੀਜ਼ ਨਹੀਂ ਦੇਖ ਰਹੇ ਜਿਹੜੇ ਸਟਾਕ ਖਰੀਦਦੇ ਨੇ ਜਾਂ ਜਿਹੜੇ ਇਸ ਮਾਰਕੀਟ 'ਚ ਇਨਵੈਸਟ ਕਰਦੇ ਨੇ। ਉਹ ਇਹ ਦੇਖਦੇ ਨੇ ਕਿ ਇਹ ਡਾਊਨ ਟਰਨ ਤੋਂ ਬਾਅਦ ਕਿਹੜੀਆਂ ਕੰਪਨੀਆਂ ਫਲਰਿਸ਼ ਕਰਨਗੀਆਂ, ਕਿਹੜੀਆਂ ਕੰਪਨੀਆਂ ਗਰੋਥ ਦੀ ਤਰਫ ਜਾਣਗੀਆਂ। ਅਸੀਂ ਜੁਲਾਈ ਅਗਸਤ ਤੋਂ ਬਾਅਦ ਜਦੋਂ ਥੋੜਾ ਜਿਹਾ ਡਾਊਨ ਟਰਨ ਆਏਗਾ, ਦਸੰਬਰ, ਜਨਵਰੀ, ਫੈਬਰਵਰੀ, ਅਸੀਂ ਕੀ ਕਰਾਂਗੇ, ਕਿੱਥੇ ਵੱਧ ਸਕਦੇ ਹਾਂ, ਕਿਹੜੀਆਂ ਚੀਜ਼ਾਂ 'ਚ ਅਸੀਂ ਜਾ ਸਕਦੇ ਹਾਂ। ਸੋ ਉਹਨਾਂ ਚੀਜ਼ਾਂ 'ਚ ਹੁਣ ਇਨਵੈਸਟ ਕੀਤਾ ਜਾਵੇ। ਸੋ ਇਸ ਵਾਸਤੇ ਇਹ ਮਾਰਕੀਟ ਉੱਠਦੀ ਜਾ ਰਹੀ ਹੈ, ਸਟਾਕ ਮਾਰਕੀਟ ਉੱਠਦੀ ਜਾ ਰਹੀ ਹੈ। ਔਰ ਅਸੀਂ ਵਾਰ-ਵਾਰ ਗੱਲ ਕਰ ਰਹੇ ਹਾਂ ਕਿ ਟੈਕਨੀਕਲ ਰਿਸੈਸ਼ਨ ਆ ਸਕਦਾ ਹੈ, ਲੇਕਿਨ ਸਟਾਕ ਮਾर्केट उठती जा रही है उस बेस से। तो पैसा कमाना है तो बहुत तरीके ने जी अंदर कमाने और अच्छी जगह से बह के कमा सकते हैं। और दूसरी साइड से अगर तुसी किसी तरह की भी फाइनेंशियल प्लानिंग की गल कर रहे हो, स्टेट प्लानिंग की गल कर रहे हो, या तुसी तुहाडी कॉरपोरेशंस है, तुसी बिजनेस करते हो, तुसी प्रोफेशनल हो, किवें तुसी उस रिटेन्ड अर्निंग नूं यूज कर सकते हो, किवें उहदे नाल तुसी रिटायरमेंट प्लानिंग कर सकते हो बिना टैक्स बेसिकली नन कमांगा, क्योंकि अजे रूल्स रेगुलेशंस हैगियां ने जिहदे चों तुसी उहदे इन्वेस्ट करके उस तरह के प्लान बना के तुसी आपदे रिटेन्ड अर्निंग चों पैसा कढ के आपदे वास्ते रिटायरमेंट तैयार कर सकते हो। और किसी तरह की भी अगर इंश्योरेंस लेना चाह रहे हो तो उनके वास्ते भी मैंने कॉन्टैक्ट कर सकते हो। मेरा फोन नंबर है 6472851007। थैंक यू। ठीक है जी, थैंक यू जी। ਠੀਕ ਹੈ ਜੀ, ਅੱਜ ਤੁਹਾਨੂੰ ਇੱਕ ਇੰਟਰਸਟਿੰਗ ਸਵਾਲ ਮੈਂ ਪੁੱਛਣਾ ਚਾਹ ਰਿਹਾ। ਨੰਬਰਸ ਨਾ ਇੱਕ ਦਿਨ ਮੈਂ ਸਟੱਡੀ ਕਰ ਰਿਹਾ ਸੀ ਕਿ ਕੈਨੇਡਾ ਦੇ ਵਿੱਚ ਕਿੰਨੇ ਕੁ ਲੋਕ ਰੀਅਲ ਸਟੇਟ ਦੇ ਬਿਜ਼ਨਸ ਨੂੰ ਜੁਆਇਨ ਕਰਦੇ ਨੇ, ਔਰ ਉਹਦੀ ਮੈਂ ਪੂਰੀ ਹਿਸਟਰੀ ਵੀ ਅਸੀਂ ਸਟੱਡੀ ਕਰ ਰਹੇ ਸੀਗੇ
ਕਿ ਜੇ ਅਸੀਂ ਗੱਲ ਕਰੀਏ ਜਿਸ ਤਰ੍ਹਾਂ 2006-7 ਦੇ ਵਿੱਚ ਲੋਕ ਬਹੁਤ ਰੀਅਲ ਸਟੇਟ ਦੇ ਵਿੱਚ ਆਉਣਾ ਜਿਹੜਾ ਉਹ ਸ਼ੁਰੂ ਹੋ ਗਿਆ। ਅਚਾਨਕ ਉਸ ਸਮੇਂ ਐਸਾ ਪਤਾ ਲੱਗਾ ਕਿ ਰੀਅਲ ਸਟੇਟ ਮਾਰਕੀਟ ਦੇ ਵਿੱਚ 1 ਮਿਲੀਅਨ ਤੋਂ ਜ਼ਿਆਦਾ ਜਿਹੜੇ ਨੇ ਉਹ ਰੀਅਲ ਸਟੇਟ ਏਜੰਟ ਜਿਹੜੇ ਨੇ ਰਜਿਸਟਰ ਕਰ ਗਏ। 2008 ਦੇ ਵਿੱਚ ਮਾਰਕੀਟ ਕ੍ਰੈਸ਼ ਹੋਈ, ਉਸ ਵੇਲੇ ਪਤਾ ਲੱਗਾ 3-4 ਲੱਖ ਜਿਹੜੇ ਰੀਅਲ ਸਟੇਟ ਏਜੰਟ ਨੇ ਸਾਲ 2 ਸਾਲ ਦੇ ਵਿੱਚ ਇਹ ਪ੍ਰੋਫੈਸ਼ਨ ਛੱਡ ਗਏ। ਸੋ 2008 ਦੇ ਸਾਈਕਲ ਤੋਂ ਬਾਅਦ ਜੇ ਅਸੀਂ ਹੁਣ ਦੀ ਵੀ ਗੱਲ ਕਰੀਏ, ਪੈਂਡੈਮਿਕ ਤੋਂ ਪਹਿਲਾਂ ਬੜੀ ਤੇਜ਼ੀ ਨਾਲ ਇਨਕਰੀਜ਼ ਸੀ, ਫਿਰ ਪੈਂਡੈਮਿਕ ਦੇ ਵਿੱਚ ਥੋੜੇ ਚੈਲੰਜਸ ਆਏ। ਸੋ ਇਹ ਲਗਾਤਾਰ 1980 ਤੋਂ ਲੈ ਕੇ 2023 ਤੱਕ ਦਾ ਜੇ ਅਸੀਂ ਦੇਖੀਏ ਨੈਸ਼ਨਲ ਐਸੋਸੀਏਸ਼ਨ ਆਫ ਰੀਅਲਟਰ ਮੈਂਬਰਸ਼ਿਪ ਜਿਹੜਾ ਕਾਊਂਟ ਹੈ ਉਹ ਲਗਾਤਾਰ ਉੱਪਰ ਥੱਲੇ ਹੁੰਦਾ ਰਿਹਾ। 1980 ਦੇ ਵਿੱਚ ਅਸੀਂ 1980 ਦੀ ਗੱਲ ਕਰੀਏ ਤੇ 8 ਲੱਖ ਤੋਂ ਘੱਟ ਸੀਗੇ ਨੈਸ਼ਨਲ ਐਸੋਸੀਏਸ਼ਨ ਆਫ ਰੀਅਲਟਰਸ ਦੇ ਵਿੱਚ ਜਿਹੜੀ ਮੈਂਬਰਸ਼ਿਪ ਕਾਊਂਟ ਸੀਗੀ। 1980 ਦੀ ਮੈਂ ਗੱਲ ਕਰ ਰਿਹਾ, 8 ਲੱਖ ਤੋਂ ਘੱਟ ਸੀਗੇ। ਅੱਜ ਅਸੀਂ ਗੱਲ ਕਰੀਏ 1980 ਤੋਂ ਇਹਨੂੰ ਫਾਸਟ ਫਾਰਵਰਡ ਕਰ ਲਓ 2023 ਚ ਲਗਭਗ ਦੁੱਗਣੇ ਹੋ ਗਏ ਨੇ। 8 ਲੱਖ ਦੀ ਬਜਾਏ ਅੱਜ ਆਲਮੋਸਟ ਸਾਡੇ ਕੋਲ 15 to 16 ਮਿਲੀਅਨ ਦੇ ਵਿੱਚ ਇਸ ਵੇਲੇ ਰੀਅਲ ਸਟੇਟ ਏਜੰਟਸ ਹੈ। ਬਟ ਇਹ ਲਗਾਤਾਰ ਫਲਕਚੁਏਟ ਹੁੰਦਾ ਰਹਿੰਦਾ ਹੈ, ਉੱਪਰ ਥੱਲੇ ਜਾਂਦਾ ਰਹਿੰਦਾ ਹੈ। ਸੋ ਇਹਦੇ ਵਿੱਚ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹਾਂਗਾ, ਤੁਸੀਂ ਨਿਊਜ਼ਨ ਨੂੰ ਲੀਡ ਕਰਦੇ ਹੋ, ਮੈਨੂੰ ਰੀਸੈਂਟਲੀ ਮੌਕਾ ਮਿਲਿਆ ਤੁਹਾਡੀ ਅਵਾਰਡ ਸੈਰੇਮਨੀ ਤੇ ਆਉਣ ਦਾ, ਲਾਈਕ ਫੈਮਿਲੀ ਤੁਹਾਡਾ ਬਹੁਤ ਵਧੀਆ ਲੱਗਾ। ਕੀ ਤੁਸੀਂ ਸਮਝਦੇ ਹੋ ਕਿ ਕਿੱਦਾਂ ਇਸ ਪ੍ਰੋਫੈਸ਼ਨ ਦੇ ਵਿੱਚ ਜਿਹੜੇ ਲੋਕ ਵਧੀਆ ਕਰ ਰਹੇ ਨੇ ਉਹਨਾਂ ਦਾ ਕੀ ਕਾਰਨ ਹੈ? ਸਰ ਜਿਹੜੀ ਨਾਰ ਦੀ ਹੈਗੀ ਹੈ ਜਦੋਂ ਅਮਰੀਕਾ ਆ ਜਾਂਦਾ ਤੇ 8 ਲੱਖ ਤੋਂ ਵੱਧ ਕੇ ਲਗਭਗ 1.5 ਮਿਲੀਅਨ ਦੇ ਕਰੀਬ ਹੋ ਗਏ ਤੇ ਉਹ ਨਾ ਡਿਪੈਂਡ ਕਰਦਾ ਹੈ ਉਹ ਲੋਕ ਨੇ ਜਿਹੜੇ ਕਿ ਉਹ ਦੇਖਣਾ दूर के पहाड़ सुहावने देख के आ जाते हैं। वो बड़ी कमाई है, बड़ी कमाई है। उसके बाद फिर जैसी मार्केट थोड़ी धीरे आई, अरे बड़ा बेकार है। ये वो लोग हैं जो अपना कसूर मानते ही नहीं। मैंने अक्सर देखा है युद्धवीर जी कि एक बंदा कहता है पहले मैं क्या कर रहा था, इंश्योरेंस का काम करता था, वो बड़ा बेकार था जी, मैंने छोड़ दिया। उसके बाद मैं क्या मॉडल का काम करता था, क्या वो छोड़ दिया जी, बड़ा बेकार है जी वो। तो मैं ना अब रियल एस्टेट करना चाहता हूँ, बड़ा अच्छा है। मतलब तुझे ये किसने कह दिया रियल एस्टेट बहुत अच्छा है? तू यहाँ पर भी साल के बाद कहेगा बहुत बेकार है। प्रॉब्लम तुम्हारे अंदर है ना कि बिजनेस के अंदर है। हर बिजनेस के अंदर बैंकरप्सी है, बिजनेस के अंदर लोग मिलियनर बन गए। तुम क्या हो उस पर डिपेंड करता है। जब मैं यहाँ पर रियल एस्टेट में आया, क्योंकि मैं बचपन से रियल एस्टेट करता था शुरू से, जब मैं यहाँ पर रियल एस्टेट में आया तो मेरे रिश्तेदार कहने लगे बिल्कुल मत कर, यहाँ तो हर दूसरे घर के अंदर रियल्टर बैठा हुआ है। तो मैंने कहा यही तो मार्केट है फिर काम करने वाली, यहाँ पर दूसरे घर के अंदर रियल्टर बैठा हुआ है, हर दूसरे घर में, दैट मींस उस बिजनेस से पैसा है, यही तो मजा आएगा काम करने का। और जहाँ पर कोई बिजनेस में कोई काम ही करने वाला नहीं है, दैट मींस वहाँ पर पैसा ही नहीं है, वहाँ पर सिरदर्दियां ज्यादा है। ये सोच जब तक नहीं हो सकती आप किसी बिजनेस में कामयाब नहीं होते। उन बच्चों को मेरी सलाह है, जैसे आपने मुझे कहा कि एक बंदे ने मॉडल का काम किया, 1 साल तक धक्के खाता रहा और मार खा कर, अगर वो सीरियस था, पहली बात तो ये है, तो वो सीख गया। जब उसको इम्प्लीमेंट करने का टाइम आया अपने एक्सपीरियंस को, तो बिजनेस छोड़ गया और उसके सब्र का पुल टूट गया, वो छोड़ गया, फिर दूसरा बिजनेस शुरू कर दिया। ये कह के कि बिजनेस बेकार है, मैं उनको ये कहना चाहता हूँ बिजनेस बेकार नहीं है, उसमें टिको, बैठो, टाइम दो। हमारे यहाँ भी कई रियल्टर ऐसे आते हैं जिनको कि हमें कहना पड़ता है जाओ जी, क्योंकि वो कहते हैं जी अरे ये मेरे बस का नहीं है, ये चीज मेरे बस की नहीं है। जैसे मान लीजिए केवी कोर है हमारी, ये बहुत एडवांस टेक्निक है सोशल मीडिया की, मार्केटिंग की। नहीं जी मुझे तो इसके लिए टाइम नहीं है। जब तुम्हारे पास 1 घंटा उसके लिए टाइम नहीं है तो हाउ कैन यू एक्सपेक्ट कि तुम्हारा दरवाजा खटकेगा और भगवान जी आगे बोलेंगे ले सब्बरवाल तू बड़ा हैंडसम है, ये तो मैं क्लाइंट दे रहा हूँ। तुम ये उम्मीद कर रहे हो? तुम्हें निकलना पड़ता है घर से बाहर। ये जो रियल्टर कहते हैं ना कि मार्केटिंग बड़ी अच्छी है, हमने ज्वाइन कर लिया, मार्केट खराब थी हम भाग गए, वो सीरियस कभी भी नहीं थे और सीरियस कभी भी नहीं होंगे। खराब मार्केट हो, बड़ी मार्केट है। जैसे मैंने आपको बताया लास्ट ईयर वहाँ सबसे बैड मार्केट थी बहुत लंबी हिस्ट्री के अंदर, एंड यू विल बी सरप्राइज लास्ट ईयर मेरी टीम का सबसे बेस्ट ईयर था, सबसे अच्छा ईयर था। मैंने आपके रेडियो में भी आके कहा था, आपने अवार्ड सेरेमनी में भी देख लिया था कैसे हमारे एजेंट मिलियन क्लब के अंदर हैं बैठे हुए, मिलियन डॉलर क्लब के अंदर बैठे हुए। क्यों? एक बड़ी अच्छी कहावत है, जो लाहौर बुद्धू वो फिलौर में भी बुद्धू, जो दिल्ली में बुद्धू वो आगरा में भी बुद्धू, वो कलकत्ता में भी बुद्धू। बुद्धू ने बुद्धू ही रहना है। तो सियाने ने हर जगह कुछ न कुछ खोद लेना है, निकाल लेना है। तो ये जो लोग अचानक आते हैं और अचानक निकल जाते हैं, वो ना तो कभी मोटिवेटेड थे ना वो मोटिवेटेड होंगे, क्योंकि उनको ईजी मनी चाहिए, उन्होंने सीखना कुछ नहीं है। मेरे ऑफिस के अंदर कई बार वार्निंग चली जाती है, जो लोग जिनको मेरी ट्रेनिंग अटेंड करने का टाइम नहीं है ना अजीब बात। और या मेरी मार्केटिंग की जो हमारी लड़की है जसलीन, वो जो मार्केटिंग की ट्रेनिंग देती है केवी गोल्ड, वो अटेंड करने का टाइम नहीं है, तो वो कहते हैं हम कामयाब नहीं है। अरे ट्रेनिंग अटेंड करने का तुम्हारा टाइम नहीं है और तुम कहते हो कामयाब नहीं होते हैं। हमारी ब्रोकरेज के अंदर भी ऐसे हैं जिनको हमें कहना पड़ता है जी आप जरा प्लीज रिजाइन करो, निकलो यहाँ से, क्योंकि आपके पास टाइम ही नहीं है ना। लेकिन हमने एक और तरीका अपना रखा है बड़ा इंपॉर्टेंट हमारे ऑफिस के अंदर, कि जो हमारे यहाँ जो मार्केटिंग डिपार्टमेंट है जो ट्रेनिंग देता है, अभी 21 तारीख को ट्रेनिंग फिर है। अब उसमें जो ट्रेनिंग में आएगा उसके बाद अगर उसको समझ नहीं आ रहा या उसके बाद उसने कुछ पूछना है तो उसको अलाउड है 1-to-1 अपॉइंटमेंट विद अवर हेड, मार्केटिंग हेड के साथ, वो 1-to-1 अपॉइंटमेंट के साथ सीख सकता है। लेकिन अगर वो ट्रेनिंग में आया है तो
लेकिन जो रियल्टर ट्रेनिंग में नहीं आया और बाद में कहता है जी मैंने 1-to-1 अपॉइंटमेंट लेनी है ट्रेनिंग के लिए, उसको हम मना कर देते हैं, नहीं हम आपको ट्रेनिंग नहीं देंगे 1-to-1, क्योंकि आप ही सीरियस नहीं हो। हम तुम्हें कहते हैं ऐसे तो फिर सारे एजेंट हमें कह देंगे जी हम तो ट्रेनिंग में नहीं आते, हमें तो 1-to-1 ट्रेनिंग चाहिए। ये बड़े सख्त रूल है जिसकी वजह से हम छोटे से परिवार में, आपने देखा वो परिवार है हमारा, किस तरीके से हमारे एजेंट गले मिल रहे थे, पैर छू रहे थे, मैं प्यार कर रहा था, किस तरीके से आंखों में आंसू भी उनके आ रहे थे, किस तरह से मैं भी इमोशनल हो रहा था। ये परिवार ऐसे ही बनता है। मैं अक्सर कहता हूँ परिवार के अंदर भी फादर के बारे में कहता हूँ तुम्हारे पास 2 चॉइस है, आइदर यू कैन बी ए गुड फादर और ए हीरो फादर। आई वांट टू बी ए गुड फादर, चाहे मैं डांट दूं। उसी प्रकार मेरी ब्रोकरेज के अंदर आइदर यू कैन बी ए हीरो ब्रोकर ऑफ रेकर्ड और ए गुड ब्रोकर ऑफ रेकर्ड। आई वांट टू बी ए गुड ब्रोकर ऑफ रेकर्ड। मैं उनके लिए जान दे दूंगा, गले मिलूंगा, रात को उठ के बैठ जाऊंगा अगर आप मोटिवेटेड है। नारायक है तो मैं किक मार के बाहर निकाल दूंगा, जैसे मैं बेटे के लिए कर देता हूँ, बेटी के लिए कर देता हूँ, उनके लिए भी ये कर देता हूँ। तो एक बड़ी सिंपल कहावत है, मुझे कई बार कहते हैं कि जी आप यहाँ पर रात के 2-2 बजे तक जाए। अभी आज सुबह मेरे एक बच्चे का मैसेज आया, मेरे रियल्टर का, रात को उसकी डील हुई, उसने कहा सर इतनी प्रॉम्प्ट आपने मेरे को कॉल करके विदिन मिनट्स, मतलब मेरी डील रात को फर्म होगी सर, थैंक यू वेरी मच। थैंक यू करने का मुझे मतलब ही नहीं है, मेरा फर्ज बनता है। और लेकिन कई बार मुझे कहते हैं जी किसी ब्रोकर में 800 एजेंट है जी, तुम्हारे यहाँ क्यों नहीं है? लेकिन वही के एजेंट टूर के जब हमारे पास आते हैं, हमारे यहाँ भी रिजेक्ट हो जाते हैं। हम कहते हैं हम नहीं रखते आपको, क्योंकि मुझे समझ आ गई आपने पिछले 2 सालों में क्या ट्रेनिंग ली है, कुछ भी नहीं ली। तो हमारा ये कहना है कि वो मैं पुरानी कहावत बात कहता हूँ कि वो कहते जी इतने सारे रियल्टर हो गए गुरुजी, चेले बहुत हो गए। वो कहता जी भूखे मरेंगे अपने आप भाग जाएंगे, तू क्या चिंता करता है शिष्य, बैठा रहे, ये चेले जितने आते आने दो, जब भूखे मरेंगे अपने आप भाग जाएंगे, हमें किस बात की चिंता। ये पॉलिसी हमारी नहीं है। हमारे को तो जो हमारे पास आ रहे हैं, हमारे पीपल्स, हमारे बच्चे, हमारे स्टूडेंट्स, हमने उनको कामयाब करना है। जब ये धर्म अपना लोगे तो आप भी सीरियस हो जाओगे। बट व्हाट वी नीड इज मोटिवेशन, मोटिवेशन, मोटिवेशन। हर साल कई रियल्टर आते हैं, कई भाग जाते हैं, उनको लगता है बड़ी इजी मनी है। इजी मनी नहीं है, इजी मनी बनानी पड़ती है। इजी मनी बनानी पड़ती है, उसके लिए आपको त्याग करना पड़ता है। ये सीखे नहीं है। 1 घंटा आप कंप्यूटर के ऊपर बैठना पसंद नहीं कर रहे और फिर कहते हैं जी हमारा काम नहीं हो रहा। 1 घंटा अपना टीवी शो नेटफ्लिक्स बंद कर दो और 1 घंटा अभी भी क्या होता है, मेरी वाइफ को जल्दी सोने की आदत है, तो वो 10:30-11 बजे सो जाती है, तो मैं उठ के नीचे आ जाता हूँ और आपके सुबह 2 बजे तक काम करता हूँ। तो एक सिंपल सी बात है, इफ यू वांट टू नो द फ्यूचर, लुक एट व्हाट यू आर डूइंग इट इन द प्रेजेंट। सिंपल सी बात है। इसके अलावा योर फ्यूचर, योर प्रेजेंट डिफाइंस योर फ्यूचर, योर प्रेजेंट डिफाइंस योर फ्यूचर। ये जब आप अपने मन के अंदर रख लोगे, मैं कहता हूँ कि कोई ताकत ही नहीं। एक मेरी बार बार बातें बड़ी याद आ जाती है, मैं क्या करूँ युद्धवीर जी, मैं बोले बगैर बात ही आता। वो बड़ी अच्छी कहावत है, मेरे फादर भी कहा करते थे, बहुत मजा आता है। ड्रीम, सपने वो नहीं है जो आप रात को सोते हुए देखते हो, बल्कि सपने वो है जो तुम्हें सोने नहीं देते। जब ये चीज आप अपना लोगे, आप टारगेट टारगेट टारगेट। जब भी किसी बिल्डर का जब कोई प्रोजेक्ट में हाथ डाल देता हूँ, उस दिन एक चाइनीज लड़की ने स्टेज पे खड़े होकर बोला, ओ माय गॉड, टीके इज हियर, आई नो मैं अब नहीं जी सकती। जब मैं घुस गया, मैं अपने बच्चे, अपने बेटे को, अपने टीम को बोलता हूँ, देखो बेटे ये प्रोजेक्ट बड़ा अच्छा है, ये सोच के हाथ डालना है कि वी हैव टू बी नंबर 1, नंबर 2 की तो मतलब ही नहीं उठता। तो ये मोटिवेशन जब मिलती है ना रियल्टर्स को, वो ऊपर से मिलती है। जब उनको सिखाने वाला ही मोटिवेटेड नहीं है तो वो कहाँ से बेचारे मोटिवेटेड हो जाएंगे। लेकिन ये रेसिप्रोकल है, जब मैं मोटिवेटेड हूँ तुम मोटिवेटेड, तुम मोटिवेटेड तो मैं मोटिवेटेड। हम दोनों को हाथ से हाथ मिला के चलना है। जो सोया है वो सोया है, उसको मेरी परवाह नहीं है, मेरे को उसकी परवाह नहीं है, बात खत्म हो गई। लेकिन जिसको मेरी परवाह है, मेरे को उसकी बहुत ज्यादा परवाह है। जी प्लीज जी। वेरी नाइस, वेरी नाइस, मजा आ गया। पंकज जी क्यों मजा आ जाता है ऐसी इंस्पिरेशनल गल सुन के, वैसी एनर्जी आ जाती है। बिल्कुल बिल्कुल। बड़ी देर तक ਤੁਹਾਡੇ ਅੰਦਰ ਉਹ ਮੋਟੀਵੇਸ਼ਨ ਰਹਿੰਦੀ ਹੈ, એનર્ਜੀ ਰਹਿੰਦੀ ਹੈ। ਪੀਕੇ ਜੀ ਫੋਨ ਨੰਬਰ ਜ਼ਰੂਰ ਇੱਕ ਵਾਰ ਅਨਾਉਂਸ ਕਰ ਦਿਓ। ਕਿਸੇ ਪ੍ਰੋਜੈਕਟ ਬਾਰੇ ਤੁਸੀਂ ਜਾਣਕਾਰੀ ਲੈਣੀ ਹੈ, कोई भी तुसी गलबात करनी है तो तुसी पीके जी फोन नंबर एक बार दियो जरा। जी थैंक यू वेरी मच। मैं एक बात और बता दूं, मेरे पास जो नए इन्वेस्टर आते हैं रोज, उस दिन एक 3 ब्रदर्स का ग्रुप आया मेरे पास, वो में से 2 यूनिट लेके गया। उसके अलावा उसके बाद भी उस दिन मैंने 5 यूनिट निकाले थे। मैं इन सब नए इन्वेस्टर को बताना चाहता हूँ, आप लोगों ने इसी शो में आकर, और युद्धवीर जी आप भी के शो को सुन के आए थे, मैं बता दूं आप ही का शो सुनते थे, वो मेरे को उन्होंने बताया, तो उनको मैं यहीं पर अभी भी शायद सुन रहे हूँ, मैं यहीं पर ऐलान कर रहा हूँ, यू आर इन सेफ हैंड। मैं बैठा हुआ हूँ, बस चैप्टर क्लोज। मैं रहूं ना रहूं, टीम सबरवाल बैठी हुई है, मेरा बेटा बैठा हुआ है, मेरे आगे उसको चलाने वाले बैठे हुए हैं, आपके फाइल में नोट डाल दिए गए हैं। वी आर बिहाइंड यू। आंख बंद करके सो जाओ, बिल्कुल दूध पी के कहते हैं ना, सो जाओ, बिना फिक्र के सो जाओ। यू आर इन सेफ हैंड। आप इसी रेडियो स्टेशन में आगे कहोगे
ज्यादा दूर नहीं, सिर्फ 6 महीने बाद कि हमारी इन्वेस्टमेंट काम करनी शुरू कर गई। बड़ा मजा आया हमारे को, ये मैं ऐलान करना चाहता हूँ। और अब जैसे कहते हैं फॉर एनी रियल एस्टेट नीड, आपको मैं नंबर दे देता हूँ, मुझे टेक्स्ट मैसेज डाल दीजिए, अपॉइंटमेंट बना लीजिए, मिल लीजिए, नो ऑब्लिगेशन एट ऑल। 3 दिन मैं मिलता हूँ, मंडे, थर्सडे एंड सैटरडेज। और मेरा जो नंबर है जहाँ टेक्स्ट करना आपने कीपिंग स्टेशन कॉन्डोज या रेगुलर के बारे में या और किसी प्रोजेक्ट के बारे में, 647-299-4757 647-299-4757। और यू कैन विजिट teamsabarwal.com। आप टेक्स्ट मैसेज डाल के मेरे को इस नंबर पे सिर्फ टेक्स्ट मैसेज विद नेम, तो मैं आपसे अपॉइंटमेंट बना लूंगा। थैंक यू वेरी मच जी। ਥੈਂਕ ਯੂ ਜੀ। ਵਨ ਲਾਸਟ ਕਾਲ ਫॉर द ਸ਼ੋ ਔਰ ਉਸ ਤੋਂ ਬਾਅਦ ਸਾਨੂੰ ਰੈਪ ਅਪ ਕਰਨ ਦੇ ਹੁਕਮ ਆ ਚੁੱਕੇ ਨੇ ਜੀ। ਤੇਜਿੰਦਰ ਜੀ ਲਾਸਟ ਕਾਲ ਜੀ। ਹਾਂਜੀ ਇੱਕ ਹੀ ਕਾਲ। ਹਾਂਜੀ ਸਤਿ ਸ਼੍ਰੀ ਅਕਾਲ ਸਰ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ, ਜਿਹੜਾ ਤੁਸੀਂ ਕੁਐਸਚਨ ਪੀਕੇ ਜੀ ਨੂੰ ਪੁੱਛਿਆ ਜੀ, ਉਹਦਾ ਮੇਰਾ ਪੁਆਇੰਟ ਆਫ ਵਿਊ ਆਏ ਆ ਵੀ ਜ਼ਿਆਦਾ ਲੋਕ ਕਿਉਂ ਰੀਅਲ ਸਟੇਟ ਚ ਆਉਂਦੇ ਆ। ਇੱਕ ਤਾਂ ਆਹ ਥੋੜਾ ਜਿਹਾ ਪ੍ਰੋਫੈਸ਼ਨ ਗਲੈਮਰਾਈਜ਼ ਬਹੁਤ ਹੋਇਆ ਟਿਕਟੌਕ ਤੇ ਇੰਸਟਾਗ੍ਰਾਮ ਤੇ ਸਾਰੇ ਜ਼ਿਆਦਾ ਜਾਨੀ ਸ਼ੋ ਆਫ ਨਹੀਂ, ਪਰ ਇਟਸ ਪਾਰਟ ਆਫ ਦਾ ਮਾਰਕੀਟਿੰਗ ਰਾਈਟ, ਸੋ ਦੇ ਹੈਵ ਟੂ ਡੂ ਇਟ। ਤੇ ਦੂਸਰਾ ਇਹਦਾ ਜਿਹੜਾ ਬਈ ਕਮਿਸ਼ਨ ਸਟਰਕਚਰ ਆ ਜਾਂ ਕੁਛ ਕਹਿ ਲਓ, ਉਹ ਮੋਸਟਲੀ ਆਮ ਬੰਦਿਆਂ ਨੂੰ ਪਤਾ ਹੀ ਆ ਵੀ ਕਿੰਨਾ ਕਿ ਘਰ ਵਿੱਚੋਂ ਕੀ ਬਣ ਜਾਂਦਾ ਨਾ, ਮਿਨੀਮਮ 2.5 ਜਾਂ 3% ਬਣਦਾ ਹੀ ਆ। ਜਿਹੜੇ ਹੋਰ ਪ੍ਰੋਫੈਸ਼ਨ ਨੇ, ਇੰਸ਼ੋਰੈਂਸ ਹੋਈ ਜਾਂ ਪੰਕਜ ਜੀ ਫਾਈਨੈਂਸਿਸ ਦਾ ਕਰਦੇ ਆ, ਇਹਨਾਂ ਦਾ ਹਜੇ ਵੀ ਕੋਈ ਸਟਰਕਚਰ ਮੈਂ ਆਈ ਥਿੰਕ ਇਟਸ ਹਿਡਨ, ਓਪਨਲੀ ਨਹੀਂ ਇੰਨਾ ਪਤਾ ਲੋਕਾਂ ਨੂੰ ਵੀ ਇਹਨਾਂ ਆਹ ਪ੍ਰੋਫੈਸ਼ਨ 'ਚ ਵੀ ਪੈਸਾ ਹੈਗਾ, ਬਣਦਾ ਹੈ ਜੇ ਮਿਹਨਤ ਕਰੋਗੇ ਤਾਂ ਕਰਕੇ ਮੈਨੂੰ ਲੱਗਦਾ ਥੋੜਾ ਜਿਹਾ ਆ ਵੀ ਝੁਕਾਅ ਇੱਧਰ ਨੂੰ ਜ਼ਿਆਦਾ ਹੁੰਦਾ। ਬਾਕੀ ਦੈਟਸ ਮਾਈ ਪਰਸਨਲ ਵਿਊਜ਼। ਬਾਕੀ ਜਿਵੇਂ ਪੀਕੇ ਜੀ ਨੇ ਕਿਹਾ ਉਹ ਵੀ ਗੱਲ ਸਹੀ ਹੈ। ਬਾਕੀ ਪੰਕਜ ਜੀ, ਮੇਰਾ ਇੱਕ ਤੁਹਾਨੂੰ ਸਵਾਲ ਸੀ ਵੀ ਜੇ ਕਿਸੇ ਨੇ ਤੁਹਾਡੇ ਨਾਲ ਇਨਵੈਸਟਮੈਂਟ ਕਰਨੀ ਹੋਵੇ, ਉਹਦਾ ਕੋਈ ਮਿਨੀਮਮ ਰਿਕੁਆਇਰਮੈਂਟ ਹੈਗੀ ਆ ਵੀ ਯੂ ਹੈਵ ਟੂ ਗੋ ਦਿਸ ਮਚ ਮਿਨੀਮਮ? ਦੇਖੋ ਜੀ, ਗੱਲ ਇਹ ਹੁੰਦੀ ਹੈ, ਮੈਂ ਹਮੇਸ਼ਾ ਹਰੇਕ ਨੂੰ ਕਹਿੰਦਾ, ਅਗਰ ਤਾਂ ਤੁਸੀਂ ਮੇਰੇ ਤੋਂ ਇੰਸ਼ੋਰੈਂਸ ਲਿੱਤੀ ਹੋਈ ਹੈ, ਠੀਕ ਹੈ, ਤਾਂ ਤੁਸੀਂ ਚਾਹੇ $50 ਲੈ ਕੇ ਆ ਜਾਓ, ਮੈਂ $50 ਵੀ ਇਨਵੈਸਟ ਕਰ ਦਿਆਂਗਾ। ਜਾਂ ਤੁਸੀਂ ਬੱਚਿਆਂ ਨੂੰ ਲੈ ਕੇ ਆ ਰਹੇ ਹੋ, ਬੱਚਿਆਂ ਵਾਸਤੇ ਤੁਸੀਂ ਜਿਵੇਂ ਉਹਨਾਂ ਨੇ ਮੰਥਲੀ ਪਾਣੀ ਹੈ, ਚਾਹੇ $25 ਪਾਣੀ ਹੈ, ਚਾਹੇ 50 ਪਾਣੀ ਹੈ, ਮੈਂ ਬੱਚੇ ਵਾਸਤੇ, ਕਿਸੇ ਵੀ ਬੱਚੇ ਵਾਸਤੇ ਅਕਾਊਂਟ ਖੋਲ ਦਿਆਂਗਾ। ਲੇਕਿਨ ਮੈਂ ਤੁਹਾਨੂੰ, ਅਗਰ ਕੋਈ ਹੋਰ ਹੈਗੇ ਨੇ ਜਿਹੜੇ ਇਨਵੈਸਟ ਕਰਨਾ ਚਾਹ ਰਹੇ ਨੇ, ਉਹਨਾਂ ਨੂੰ ਮੈਂ ਇੱਕ ਚੀਜ਼ ਪੁੱਛਦਾ ਹੁੰਦਾ, ਸਰ ਦੇਖੋ ਤੁਸੀਂ ਅਗਰ ਮੰਨ ਲਓ 20,000 ਲੈ ਕੇ ਆ ਗਏ ਮੇਰੇ ਕੋਲ ਇਨਵੈਸਟ, ਮੈਂ ਉਹਦੇ ਤੇ ਜ਼ੋਰ ਮਾਰ ਕੇ 7, 8, 10% ਵੀ ਲੈ ਆਵਾਂਗਾ ਤਾਂ ਸਾਲ ਦਾ 2,000 ਹੀ ਤਾਂ ਵਧਿਆ। ਸੋ ਤੁਸੀਂ ਕਹੋਗੇ ਕੀ ਵਧਿਆ? ਕੁਝ ਨਹੀਂ ਵਧਿਆ। ਸੋ ਬੇਸਿਕਲੀ ਜੋ ਤੱਕ ਤੁਸੀਂ ਵੱਡਾ ਅਮਾਊਂਟ ਇਨਵੈਸਟ ਨਹੀਂ ਕਰੋਗੇ, ਤੁਹਾਡਾ ਵਧੇਗਾ। ਮੈਂ ਤਾਂ ਪਰਸੈਂਟੇਜ ਤੇ ਕੰਮ ਕਰਨਾ, ਸਿੱਧੀ ਜੀ ਗੱਲ ਹੈ। ਮੈਂ 7% ਲਿਆਵਾਂਗਾ ਤਾਂ ਤੁਹਾਡਾ $1,400 ਵਧਿਆ। 1,400 ਤੁਸੀਂ ਪਤਾ ਨਹੀਂ ਕੀ ਕਹੋਗੇ ਕਿ 20,000 ਤੇ 1,400 ਵਧਿਆ, ਕੁਝ ਵੀ ਨਹੀਂ ਵਧਿਆ। ਲੇਕਿਨ ਮੇਰੇ ਤਰਫੋਂ 7% ਆਇਆ ਹੈ। ਸੋ ਮੈਂ ਹਮੇਸ਼ਾ ਰਿਕੁਐਸਟ ਕਰਦਾ ਹਾਂ ਕਿ ਅਗਰ ਇਹਨਾਂ ਦੀ ਇਸ ਤਰ੍ਹਾਂ ਦੀ ਮਾਰਕੀਟ 'ਚ ਜਾਣਾ ਹੈ ਤਾਂ ਥੋੜਾ ਜਿਹਾ ਵੱਡਾ ਅਮਾਊਂਟ ਲੈ ਕੇ ਜਾਓ ਤਾਂ ਕਿ ਤੁਹਾਨੂੰ ਕੁਝ ਗਰੋਥ ਹੋਵੇ। ਠੀਕ ਹੈ, ਮੈਂ ਛੋਟਾ ਜਿਹਾ ਐਡ ਕਰ ਦਿਆਂ ਮੋਗਾ ਜੀ, ਜੋ ਮੇਰੇ ਨਾਲ ਕੀਤਾ ਸੀ ਤੁਸੀਂ, ਇੱਕ ਮੈਂ ਫਿਕਸ ਅਮਾਊਂਟ ਨਹੀਂ ਦੱਸਾਂਗਾ। ਇੱਕ ਫਿਕਸ ਅਮਾਊਂਟ ਦੇਣ ਦੇ ਬਾਅਦ ਮੈਂ ਆਪਣੀ ਸਿੱਧੀ ਮੁਕਾਤੀ ਆਪਣੇ ਆਪ ਮੇਰੇ ਬੈਂਕ ਤੋਂ ਮੈਨੂੰ ਕਿਹਾ ਹੋਇਆ ਇੰਨੇ ਪੈਸਾ ਵੀਕਲੀ ਕੱਢ ਲਓ। ਹਰ ਹਫ਼ਤੇ ਮੇਰੇ ਬੈਂਕ ਤੋਂ ਉਹਨਾਂ ਪੈਸਾ ਵੀਕਲੀ ਨਿਕਲ ਜਾਂਦਾ। ਮੈਨੂੰ ਜਿਹੜਾ ਪੈਸਾ ਨਿਕਲ ਗਿਆ, ਇਹਨਾਂ ਮੇਰਾ ਪੋਰਟਫੋਲੀਓ ਵੀ ਵੱਡਾ ਹੁੰਦਾ ਜਾਂਦਾ। ਉਸ ਤੋਂ ਬਾਅਦ ਇੱਕ ਫਿਕਸ ਅਮਾਊਂਟ ਵੀਕਲੀ ਨਿਕਲਦਾ ਜਾਂਦਾ। ਇੱਕ ਦੁਬਾਰਾ ਡਿਸਕਸ ਕਰਨ ਦੀ ਲੋੜ ਹੀ ਨਹੀਂ ਪੈਂਦੀ, ਉਹ ਮੰਥਲੀ ਮੈਨੂੰ ਸਟੇਟਮੈਂਟ ਆ ਜਾਂਦੀ ਹੈ। ਉਹ ਮੈਨੂੰ ਲੱਗਦਾ ਹੈ ਪਤਾ ਨਹੀਂ, ਬਹੁਤ ਅੱਛੀ ਚੀਜ਼ ਕੀਤੀ ਹੋਈ ਹੈ ਤੁਸੀਂ ਇਹ ਵਾਲੀ ਜਿਹੜੀ ਕੀਤੀ ਹੋਈ ਹੈ, ਕਿਉਂਕਿ ਜਦੋਂ ਤੁਸੀਂ ਬਾਈ ਵੀਕਲੀ ਜਾਂ ਮੰਥਲੀ ਪਾਉਂਦੇ ਹੋ ਤਾਂ ਉਹ ਗਰੋਥ ਜ਼ਿਆਦਾ ਹੁੰਦੀ ਹੈ। ਥੱਲੇ ਜਾਂਦੇ ਖਤਮ ਹੋ ਜਾਂਦੇ ਨੇ, ਅਸੀਂ ਉਹਨੂੰ ਡਾਲਰ ਕਾਸਟ ਐਵਰੇਜਿੰਗ ਚਲੇ ਜਾਂਦੇ ਹਾਂ। ਸੋ ਤੁਸੀਂ ਇਹ ਬਹੁਤ ਹੀ ਅੱਛਾ ਕੰਮ ਕੀਤਾ ਹੋਇਆ। ਮੇਰੇ ਖਿਆਲ ਸਭ ਨੂੰ ਵੀ ਇਹ ਕਰਨਾ ਚਾਹੀਦਾ। ਜਿੰਨੇ ਵੀ ਲੋਕ ਮੇਰੇ ਕੋਲ ਆਉਂਦੇ ਨੇ, ਮੈਂ ਉਹਨਾਂ ਨੂੰ ਹਮੇਸ਼ਾ ਇਹ ਕਹਿਣਾ ਕਿ ਪਲੀਜ਼ ਤੁਸੀਂ ਕੁਝ ਬਾਈ ਵੀਕਲੀ, ਮੰਥਲੀ ਉਹ ਜ਼ਰੂਰ ਸ਼ੁਰੂ ਕਰੋ ਤਾਂ ਕਿ ਮੈਂ ਵੀ ਕਹਿੰਦਾ ਵੀਕਲੀ ਕਰੋ ਜੋ ਮੈਂ ਕੀਤਾ ਐਵਰੀ ਫਰਾਈਡੇ ਜਿਹੜਾ ਕੱਢਦੇ ਹੋ ਤੁਸੀਂ, ਬਸ। ਬਿਲਕੁਲ ਜੀ, ਬਿਲਕੁਲ ਜੀ, ਠੀਕ ਹੈ। ਆਪਣੀ ਬਾਕੀ ਪੀਕੇ ਜੀ, ਪੰਕਜ ਜੀ, ਤੁਹਾਡੇ ਆਪਦੇ ਵੀ ਵਿਊਜ਼ ਦੇ ਜਾਂਦੇ ਜਿਹੜਾ ਮੈਂ ਰੀਜ਼ਨਿੰਗ ਦਿੱਤੀ ਆ ਵੀ ਰੀਅਲ ਸਟੇਟ ਵੱਲ ਨੂੰ ਜ਼ਿਆਦਾ ਝੁਕਾਅ ਲੋਕਾਂ ਦਾ ਕਿਉਂ ਹੁੰਦਾ, ਕਿਉਂ ਜੁਆਇਨ ਕਰਦੇ ਆ, ਤੁਹਾਨੂੰ ਲੱਗਦਾ ਵੀ ਠੀਕ ਹੈ ਰੀਜ਼ਨਿੰਗ ਆ ਮੇਰੀ? ਸਰ ਪੈਸਾ ਤਾਂ ਨਜ਼ਰ ਆਉਂਦਾ ਹੈ ਪਰ ਟਾਈਮ ਹੈ ਨਹੀਂ, ਟਾਈਮ ਤੇ ਕੱਢਦੇ ਨਹੀਂ, ਪੈਸਾ ਨਜ਼ਰ ਆਉਂਦਾ। ਉਹੀ ਮੈਂ ਜਿਹੜੀ ਹੁਣੇ ਥੋੜੀ ਦੇਰ ਪਹਿਲੇ ਗੱਲ ਕੀਤੀ ਹੈ, ਦੇਖੋ ਯਾਰ ਸੁਪਨੇ, ਪਰ ਉਹ ਸੁਪਨੇ ਦੇਖੋ ਜਿਹੜੇ ਤੁਹਾਨੂੰ ਸੌਣ ਨਾ ਦੇਣ, ਨਾ ਕਿ ਸੁੱਤੇ ਸਿੱਧੇ ਜਿਹੜੇ ਸੁਪਨੇ ਤੁਸੀਂ ਦੇਖ ਰਹੇ ਹੋ। ਸਵੇਰੇ ਉੱਠੇ ਤੋਂ ਬਾਅਦ ਚੱਲਿਆ, ਚੱਲ ਵੀ ਆਫਿਸ ਚੱਲ, ਬਿਸਤਰਾ ਬੰਦ, ਬੋਰੀ ਬਿਸਤਰਾ ਬੰਦ, ਬੈਗ ਬੰਦ, ਆਫਿਸ ਚੱਲ। ਰਾਤੀ ਤੁਸੀਂ ਸ਼ਹਿਨਸ਼ਾਹ ਬਣੇ ਸੀ, ਸਵੇਰੇ ਉੱਠ ਕੇ ਫਿਰ ਨੌਕਰੀ ਚੱਲ ਪਏ। ਸੁਪਨਾ ਉਹ ਹੈ ਜਿਹੜਾ ਸੌਣ ਨਾ ਦੇ। ਅਗਰ ਇਹ ਤੁਸੀਂ ਦਿਮਾਗ ਲਿਆਂਦੇ ਹੋ ਕਿਹੜੇ ਵੀ ਬਿਜ਼ਨਸ ਤੇ ਆਉਂਦਾ। ਮੇਰੀ ਮਦਰ ਮੈਨੂੰ ਕਹਿੰਦੀ ਹੁੰਦੀ ਸੀਗੀ ਕਿ ਬਹੁਤ ਛੋਟਾ ਸੀਗਾ ਮੈਂ, ਇੱਥੇ ਪੜਦਾ ਸੀ, ਨਾਲ ਥੋੜਾ ਜਿਹਾ ਲਾਟਰੀਆਂ ਛੱਡੀਆਂ ਵੇਚਦਾ ਹੁੰਦਾ ਸੀਗਾ। ਉਸ ਤੋਂ ਬਾਅਦ ਜਦ ਮੈਂ ਥੋੜਾ ਕਾਮਯਾਬ ਸ਼ੁਰੂ ਹੋਇਆ, ਮੇਰੀ ਮਦਰ ਕਹਿੰਦੀ ਸੀ, ਪੰਜਾਬ ਨਹੀਂ ਆਇਆ ਤੂੰ ਤੇ ਨਾ ਅਗਰ ਸੜਕ ਦੇ ਕਿਨਾਰੇ ਸ਼ੂ ਪਾਲਿਸ਼ ਕਰਨ ਵੀ ਬਹਿ ਜਾਏਗਾ ਨਾ ਤਾਂ ਮੈਨੂੰ ਲੱਗਦਾ ਕਿ ਦੁਨੀਆ 'ਚ ਨੰਬਰ 1 ਆਏਗਾ। तो ਉੱਥੇ ਵੀ ਬਹੁਤ ਅੱਗੇ ਤਰੱਕੀ ਕਰ ਜਾਏਗਾ। ਅਗਰ ਤੂੰ ਸ਼ੂ ਪਾਲਿਸ਼ ਵੀ ਕਰੇਗਾ ਉੱਥੇ ਵੀ ਤੂੰ ਕੋਈ ਨਾ ਕੋਈ ਨਵੀਂ ਚੀਜ਼ ਕੱਢ ਲੇਗਾ। ਤੇ ਉਹ ਮੈਨੂੰ ਮਾਂ ਦਾ ਆਸ਼ੀਰਵਾਦ ਔਰ ਪਲੱਸ ਇੱਕ ਕਿਸਮਤ ਦੀ ਗੱਲ ਨਾਲ ਜੁੜ ਹੁੰਦੀ ਹੈ, ਪਲੱਸ ਮੋਟੀਵੇਸ਼ਨ ਵੀ ਹੁੰਦੀ ਹੈ। ਕੋਈ ਬਿਜ਼ਨਸ ਮਾੜਾ ਨਹੀਂ ਹੈ ਸਰ, ਪਰ ਸਿਰਫ ਮਾੜੇ ਤੁਸੀਂ ਹੋ ਜਾਂ ਮੈਂ ਹਾਂ ਜਿਹੜਾ ਬੰਦਾ ਕਹਿ ਰਿਹਾ ਹੈ, ਜਿਹੜਾ ਕਿ ਪੂਰਾ ਡੈਡੀਕੇਟਿਡ ਨਹੀਂ ਹੈ, ਪੂਰਾ ਮੋਟੀਵੇਟਿਡ
मार्जिन नहीं है, बस कसूर अपना कर ले। जिसको मैं क्या जिसको तो साल धक्के खा लेंदा, जिसको तो उन्होंने इंप्लीमेंट करने का टाइम आंदा है वो बिजनेस छड़ देंदा, नवा बिजनेस शुरू कर देंदा है, क्या कि बिजनेस खराब है। बस मेरा यही कहना है, बिजनेस सारे ठीक ने, तुसी ठीक हो जाओ, बस गल खत्म। बिल्कुल सर, और प्रोफेशन बड़े वधिया ने, सारी इंडस्ट्री, इंश्योरेंस इंडस्ट्री होई या इन्वेस्टमेंट इंडस्ट्री होई, बड़े वधिया मेहनत करो, कमाई हो सकती है। पोर्टफोलियो बना लो, एक बार थोड़ी पैसिव इनकम आई जाती है। रियल एस्टेट कमाए जो तुम सेल करते हो उਦੋਂ ਤੁਹਾਨੂੰ ਬਣਨਾ, ਚਾਹੇ ਤੁਸੀਂ ਅੱਜ ਸੇਲ ਕਰੋ ਚਾਹੇ 20 ਸਾਲਾਂ ਬਾਅਦ ਕਰੋ, ਯੂ ਹੈਵ ਟੂ ਡੂ ਅ ਸੇਲ, ਦੈਨ ਓਨਲੀ ਯੂ ਗੈਟ ਪੇਡ। ਬਾਕੀ ਇਹਦੇ ਵਿੱਚ ਤੁਸੀਂ 20 ਸਾਲ ਇੰਸ਼ੋਰੈਂਸ ਚ ਮਿਹਨਤ ਕਰ ਲਓ, ਇੱਕ ਵਾਰ ਤੁਸੀਂ ਆਪਦਾ ਪੋਰਟਫੋਲੀਓ ਬਣਾ ਲਓ, ਤੁਹਾਨੂੰ ਪੈਸਿਵ ਇਨਕਮ ਆਉਣ ਲੱਗ ਜਾਂਦੀ ਹੈ, ਤੁਹਾਨੂੰ ਕੋਈ ਥੋੜੀ ਰਿਟਾਇਰਮੈਂਟ ਹੈ ਜੀ। ਉਹ बुढ़ापा पूरा निकल जाता है, संगी तरीके नाल बॉस। बुढ़ापे च अपना मोगा साहब बैठे ने, हवाई होंदो लुल्लू, पता चल रहा बैंक च पैसा अपने आ रहा है, क्यों ना एवं काम किया जाए। जवानी गाल छड़ी सर, जवानी अगले ने मेहनत की है, ये लाइक माई सन मैं कहूँगा, मेरी बच्चे की उम्र देने मोगा साहब, लेकिन मैं देखना उन्होंने कम करते हुए। जवानी इन्होंने स्टेक ते लगा रखी है बुढ़ापे वास्ते, दैट इज व्हाट वी नीड। यार युद्धवीर जी देख लो, काबू ही नहीं आते, फिर दिन के शाम तक लगे रहते रेडियो से इधर उधर फलान दे, क्यों? फ्यूचर सिक्योर कर रहे हैं। असं कहना सोच के चलिए जी फ्यूचर रब देख लेगा, तो फ्यूचर फिर अज क्यों नहीं रब देख लेंदा, फिर फ्यूचर ही रब क्यों देखेगा, अज क्यों नहीं देखेगा। तो या यू आर वेरी राइट इंदर जी। थैंक यू सर, थैंक यू एज ऑलवेज, थैंक यू। राकेश शर्मा जी तुसी आउंदे रहो। राकेश शर्मा जी गो हेड। नमस्ते जी, युद्धवीर जी, राकेश विरमानी बोल रहे हैं। शर्मा राकेश विरमानी, सॉरी, हाँ जी राकेश विरमानी। हाँ नमस्कार सारे ਨੂੰ। मैं क्या मोगा साहब ਨੂੰ ਪੁੱਛਣਾ मिनिमम उन्होंने कहता 25-50, मैक्सिमम कितना लाख $1.5 लाख तक इन्वेस्ट कर सकते हैं? मैक्सिमम तो जितना मर्जी हो सके सर। नहीं मतलब मैक्सिमम जे मान लो तुम कह 25-50 ले आओ या 2-20 हज़ार, मैं क्या जे लाख तक लाइए कोई है मतलब? हाँ बिल्कुल, लाख तक लगाना है तो बिल्कुल है जी, बिल्कुल ठीक है। थैंक यू सर। हाँ जी, हाँ जी, हाँ जी, थैंक यू। ठीक है जी, बहुत बहुत शुक्रिया जी। पंकज जी तुसी भी जान तो पहले अपने क्लोजिंग रिमार्क्स जरूर दे दो जी। जी बिल्कुल जी, बस किसी तरह की भी अगर तुसी कोई फाइनेंशियल प्लानिंग बारे सोच रहे हो या एस्टेट प्लानिंग बारे सोच रहे हो, कोई इन्वेस्टमेंट करनी ने, जिवें हुण गल कर रहे सी आपां मार्केट च इन्वेस्ट करना है, किसी तरह की इंश्योरेंस लैनी है, इंश्योरेंस के थ्रू प्लानिंग करना चाह रहे हो, वो भी चीज़ां हो जांदियां ने। तुसी आपकी रिटायरमेंट प्लानिंग करना चाह रहे हो, तुहाडे कोल रिफ है, लिफ है, तुहाडी कॉरपोरेशन है, मतलब किसी तरह की, मैं गल ये कहना चाह रहा कि मैं एक सर्टिफाइड फाइनेंशियल प्लानर हाँ, ये मेरा एरिया है बेसिकली, मैं इन्हां च काम करदा। सो इस तरह की किसी तरह की भी नीड वास्ते तुसी मैनू कॉन्टैक्ट कर सकते हो। मेरा फोन नंबर है 6472851007, 647-285-1007। थैंक यू वेरी मच युद्धवीर जी। थैंक यू पीके जी, थैंक यू पंकज जी, एंड वी विश यू ऑल द बेस्ट। पीके जी फोन नंबर तुसी भी दे दो इंग्लिश पंजाबी एक बार। 6472994757, 647-299-4757, 6472994757। थैंक यू पीके जी, थैंक यू।